ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ। ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ। ਹਰ ਗੋਬਿੰਦ ਸ਼ੁਭ ਸੁਮਤ ਪਰ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਇ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸੁਨ ਸਤਿਗੁਰ ਕੇ ਗਮਨ ਕੋ ਸਿੱਖ ਸੰਗਤ ਸਮੁਦਾਏ। ਫਲ ਮਧੁਰੇ ਬਹੁ ਭਾਂਤ ਕੇ ਪੰਥ ਹੇਤ ਦੇ ਲਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਜੋਹਾਰੀ। ਸਾਧ ਸੰਗਤ ਸੱਚਖੰਡ ਹੈ ਆਏ ਝਰੁਖ ਹੈ ਖੋਲ੍ਹੇ ਬਾਰੀ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅਤਿਅੰਤ ਵੱਡੇ ਭਾਗ ਹਨ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਦੇ ਵਿੱਚ ਤਤਪਰ ਹੋ ਕੇ ਨੌਵੇਂ ਗੁਰਦੇਵ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਹ ਇਤਿਹਾਸਿਕ ਸਥਾਨਾਂ ਉੱਪਰ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਨੂੰ ਸੁਣ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਔਰ ਸਕਾਰਥਾ ਬਣਾ ਰਹੇ ਹੋ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਕਸ਼ਮੀਰ ਦੀ ਸੈਰ ਕਰ ਰਹੇ ਹਨ। ਗੁਰਸਿੱਖਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਔਰ ਨਿਹਾਲ ਕਰ ਰਹੇ ਨੇ। ਮਾਈ ਭਾਗ ਭਰੀ ਉਸਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ। ਆਪਣੇ ਅੰਤਿਮ ਸਮੇਂ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੀ ਰਹੀ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਮਾਈ ਭਾਗ ਭਰੀ ਨੇ ਆਪਣਾ ਸਰੀਰ ਤਿਆਗਿਆ ਹੈ। ਪੰਜ ਭੌਤਿਕ ਸਰੀਰ ਤਿਆਗ ਕੇ ਬੈਕੁੰਠ ਦੇ ਵਿੱਚ ਸੱਚਖੰਡ ਨੂੰ ਗਈ ਹੈ। ਗੁਰੂ ਕੇ ਸਿੱਖ ਸਤਿਗੁਰੂ ਮਹਾਰਾਜ ਜੀ ਦੇ ਲਈ ਸ਼ਹਿਦ ਲੈ ਕੇ ਆਏ ਨੇ।
ਭਾਈ ਕੱਟੂ ਸ਼ਾਹ ਉਸ ਦੇ ਘਰ ਦੇ ਵਿੱਚ ਗੁਰਸਿੱਖਾਂ ਨੇ ਉਤਾਰਾ ਕੀਤਾ। ਭਾਈ ਕੱਟੂ ਸ਼ਾਹ ਨੇ ਸ਼ਾਇਦ ਮੰਗਿਆ ਵੀ ਥੋੜਾ ਜਿਹਾ ਮੈਨੂੰ ਵੀ ਚਖਾ ਦਿਓ, ਸਤਿਗੁਰਾਂ ਲਈ ਲੈ ਕੇ ਚੱਲੇ ਹੋ, ਥੋੜਾ ਜਿਹਾ ਮੈਨੂੰ ਵੀ ਦੇ ਦਿਓ, ਮੈਂ ਵੀ ਸਵਾਦ ਮਾਣ ਲਵਾਂ। ਸਿੱਖਾਂ ਨੇ ਮਨਾ ਕਰ ਦਿੱਤਾ ਵੀ ਨਹੀਂ, ਇਹ ਸ਼ਾਇਦ ਸਤਿਗੁਰੂ ਮਹਾਰਾਜ ਜੀ ਦੇ ਲਈ ਹੈ, ਤੈਨੂੰ ਨਹੀਂ ਦੇ ਸਕਦੇ। ਜਦੋਂ ਸਿੱਖ ਸ਼ਹਿਦ ਦਾ ਬਰਤਨ ਲੈ ਕੇ ਗੁਰੂ ਮਹਾਰਾਜ ਜੀ ਦੇ ਕੋਲ ਗਏ, ਸਤਿਗੁਰਾਂ ਦੇ ਅੱਗੇ ਬਰਤਨ ਰੱਖਿਆ, ਉਹ ਭਾਂਡਾ ਖੋਲ੍ਹਿਆ, ਕੀ ਵੇਖਦੇ ਸ਼ਹਿਦ ਦੇ ਵਿੱਚ ਕੀੜੇ ਪਏ ਨੇ, ਕਿਰਮ ਚੱਲ ਰਹੇ ਨੇ। ਹਾਲਾਂਕਿ ਜਿਹੜਾ ਸ਼ਹਿਦ ਹੈ ਉਹ ਕਦੇ ਖਰਾਬ ਨਹੀਂ ਹੁੰਦਾ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਕੀੜੇ ਪੈ ਚੁੱਕੇ ਨੇ ਸ਼ਹਿਦ ਵਿੱਚ। ਵੇਖਦੇ ਨੇ, ਪੁੱਛਦੇ ਨੇ ਵੀ ਇਹ ਕੀ ਮਾਜਰਾ ਹੈ। ਸਤਿਗੁਰਾਂ ਨੇ ਆਖਿਆ ਕਿ ਜਦੋਂ ਤਾਂ ਅਸੀਂ ਮੰਗਿਆ ਸੀ ਉਦੋਂ ਤਾਂ ਸਾਨੂੰ ਦਿੱਤਾ ਨਹੀਂ, ਤੇ ਹੁਣ ਸਾਨੂੰ ਇਹ ਬਰਤਨ ਭੇਟ ਕਰਨ ਆ ਗਏ ਹੋ ਪੂਰਾ ਹੀ। ਅਸੀਂ ਆਪਣੇ ਗੁਰਸਿੱਖ ਦੇ ਵਿੱਚ ਵਰਤ ਕੇ ਸ਼ਹਿਦ ਮੰਗਿਆ ਸੀ, ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਉਦੋਂ ਤਾਂ ਤੁਸੀਂ ਦਿੱਤਾ ਨਹੀਂ, ਤੇ ਹੁਣ ਇਹ ਸ਼ਹਿਦ ਜਾ ਕੇ ਉਸ ਗੁਰਸਿੱਖ ਨੂੰ ਦਿਓ, ਕੱਟੂ ਸ਼ਾਹ ਨੂੰ, ਤਾਂ ਇਹ ਸ਼ਾਇਦ ਠੀਕ ਹੋਵੇਗਾ। ਇਸ ਗੱਲ ਤੋਂ ਸਾਧ ਸੰਗਤ ਜੀ ਸਾਖੀ ਤੋਂ ਪ੍ਰਤੱਖ ਪ੍ਰਮਾਣ ਮਿਲਦਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਆਪਣੇ ਗੁਰਸਿੱਖਾਂ ਦੇ ਹਿਰਦਿਆਂ ਦੇ ਵਿੱਚ ਵਰਤਦੇ ਨੇ। ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਸਿੱਖ ਅਤੇ ਗੁਰੂ ਦੇ ਵਿੱਚ ਅਭੇਦਤਾ ਹੈ, ਕੋਈ ਫਰਕ ਨਹੀਂ। ਹੁਣ ਜਿਸ ਪ੍ਰਕਾਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਸ਼ਮੀਰ ਦੇਸ਼ ਤੋਂ ਅੱਗੇ ਨੂੰ ਜਾ ਰਹੇ ਹਨ, ਭਾਈ ਸੇਵਾਦਾਸ ਵਰਗਿਆਂ ਨੂੰ ਪਾਤਸ਼ਾਹ ਮਹਾਰਾਜ ਜੀ ਨੇ ਮਸਨਦ ਥਾਪਿਆ ਹੈ, ਤੇ ਅੱਗੇ ਮਹਾਰਾਜ ਜੀ ਹੁਣ ਕਿਵੇਂ ਆਪਣੀ ਯਾਤਰਾ ਕਰ ਰਹੇ ਨੇ, ਆਓ ਉਸ ਕਥਾ ਨੂੰ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਟਿਕਾਉਂਦਿਆਂ ਹੋਇਆਂ, ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਤਿਗੁਰ ਕੇ ਗਮਨ ਕੋ, ਸਿੱਖ ਸੰਗਤ ਸਮੁਦਾਏ। ਜਦੋਂ ਸਾਰੀ ਸਿੱਖ ਸੰਗਤ ਨੇ ਸੁਣਿਆ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਇੱਧਰ ਆਏ ਹੋਏ ਨੇ, ਤੇ ਇਸ ਥਾਂ ਤੋਂ ਕਸ਼ਮੀਰ ਦੇਸ਼ ਤੋਂ ਪਾਤਸ਼ਾਹ ਮਹਾਰਾਜ ਜੀ ਅੱਗੇ ਨੂੰ ਚਾਲਾ ਪਾ ਰਹੇ ਨੇ, ਸਾਰੀ ਸੰਗਤ ਨੇ ਜਦੋਂ ਇਸ ਪ੍ਰਕਾਰ ਇਹ ਸੁਣਿਆ ਹੈ, ਫਲ ਮਧੁਰੇ ਬਹੁ ਪਾਤ ਕੇ, ਪੰਥ ਹੇਤ ਦੇ ਲਿਆਏ। ਇਹ ਸੰਗਤ ਬੜੇ ਸੁੰਦਰ ਫਲ, ਬੜੇ ਮਿੱਠੇ ਫਲ ਗੁਰੂ ਮਹਾਰਾਜ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਈ ਹੈ। ਕਸ਼ਮੀਰ ਦੀ ਧਰਤੀ ਦੇ ਸੇਬ, ਸੁੱਕੇ ਮੇਵੇ, ਅੰਜੀਰ, ਨਾਖਾਂ, ਨਾਸ਼ਪਤੀਆਂ ਆਦਿਕ ਉਹ ਸਾਰੇ ਫਲ ਇਹ ਇਕੱਠੇ ਕੀਤੇ ਤੇ ਗੁਰੂ ਮਹਾਰਾਜ ਜੀ ਦੀ ਭੇਟਾ ਦੇ ਵਿੱਚ ਸੰਗਤ ਲੈ ਕੇ ਆਈ ਹੈ। ਚੌਪਈ ਮਨੋ ਕਾਮਨਾ ਸਭ ਨੇ ਪਾਈ। ਸਾਰਿਆਂ ਨੇ ਨਮਸਕਾਰ ਕੀਤੀ ਹੈ ਤੇ ਆਪਣੇ ਮਨ ਦੀ ਕਾਮਨਾ ਜੋ ਵੀ ਅਰਦਾਸਾਂ ਸੀ ਉਹ ਉਹਨਾਂ ਦੀ ਅਰਦਾਸ ਮਨੋ ਕਾਮਨਾ ਪੂਰਨ ਹੋਈ ਹੈ। ਕਿਰਪਾ ਦ੍ਰਿਸ਼ਟ ਪਿਖ ਸਿੱਖ ਸਮੁਦਾਈ। ਗੁਰੂ ਪਾਤਸ਼ਾਹ ਮਹਾਰਾਜ ਸਾਰੀ ਸੰਗਤ ਦੇ ਉੱਤੇ ਕਿਰਪਾ ਦ੍ਰਿਸ਼ਟੀ ਵਰਤਾ ਰਹੇ ਨੇ, ਸਾਰੀ ਸੰਗਤ ਦੇ ਉੱਪਰ ਮਿਹਰ ਦੀ ਨਜ਼ਰ ਪਾ ਰਹੇ ਨੇ। ਸਿਰੇ ਪਾਓ ਮੁਖੀਅਨ ਕੋ ਦੀਨੇ। ਤੇ ਜਿਹੜੇ ਮੁਖੀ ਸਿੱਖ ਨੇ ਨਾ, ਜਿਨ੍ਹਾਂ ਨੇ ਕੋਈ ਵਿਸ਼ੇਸ਼ ਸੇਵਾ ਕੀਤੀ ਹੈ, ਜਿਹੜੇ ਸੰਗਤਾਂ ਨੂੰ ਪ੍ਰੇਰ ਕੇ ਲਿਆਏ ਨੇ, ਉਹਨਾਂ ਮੁਖੀਏ ਸਿੱਖਾਂ ਨੂੰ ਗੁਰੂ ਘਰ ਦੀ ਦਾਤ ਦਿੱਤੀ ਹੈ, ਸਿਰੋਂ ਪਾਓ। ਪ੍ਰੇਮ ਪਟੋਲਾ ਤੈਸੈ ਦਿੱਤਾ, ਢੱਕਣ ਕੂਪਤ ਮੇਰੀ। ਉਹਨਾਂ ਨੂੰ ਸਿਰੋਂ ਪਾਓ ਦੀ ਬਖਸ਼ਿਸ਼ ਸਤਿਗੁਰਾਂ ਨੇ ਕੀਤੀ ਹੈ। ਨਿਜ ਨਿਜ ਸਦਨ ਵਿਸਰਜਨ ਕੀਨੇ। ਸਾਰੇ ਗੁਰੂ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਆਪੋ ਆਪਣੇ ਘਰਾਂ ਨੂੰ ਵਿਦਾ ਹੋਏ ਹਨ। ਜਥਾ ਜੋਗ ਸਭ ਹਿਨਸੋਂ ਕਰ ਕੈ। ਜਥਾ ਯੋਗ ਗੁਰੂ ਮਹਾਰਾਜ ਨੇ ਸਾਰਿਆਂ ਦਾ ਸਨਮਾਨ ਕੀਤਾ ਹੈ, ਸਾਰੀ ਸੰਗਤ ਦਾ ਪਾਤਸ਼ਾਹ ਮਹਾਰਾਜ ਨੇ ਸਨਮਾਨ ਕੀਤਾ ਹੈ। ਗਮਨੇ ਸਤਿਗੁਰ ਹੈ ਪਰ ਚਰ ਕੈ। ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਘੋੜੇ ਦੇ ਉੱਤੇ ਅਸਵਾਰ ਹੋਏ ਨੇ, ਬੜਾ ਬਲੀ ਘੋੜਾ। ਉਸ ਘੋੜੇ ਦੇ ਉੱਤੇ ਗੁਰੂ ਮਹਾਰਾਜ ਅਸਵਾਰ ਹੋ ਕੇ ਅੱਗੇ ਨੂੰ ਪ੍ਰਸਥਾਨ ਕੀਤਾ ਹੈ। ਜਹ 52 ਹੋਏ ਅਵਤਾਰ। ਗੁਰੂ ਮਹਾਰਾਜ ਜੀ ਇੱਥੋਂ ਚੱਲ ਕੇ ਅੱਗੇ ਆਏ ਨੇ ਜਿੱਥੇ 52 ਅਵਤਾਰ
ਜਿੱਥੇ 52 ਨੇ ਅਵਤਾਰ ਲਿਆ। ਸਾਧ ਸੰਗਤ ਜੀ, ਵਿਸ਼ਨੂੰ ਦੇ 24 ਅਵਤਾਰ ਮੰਨੇ ਗਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਹੈ 52 ਅਵਤਾਰ, ਬੌਣਾ ਅਵਤਾਰ ਵੀ ਜਿਹਨੂੰ ਕਹਿ ਦਿੱਤਾ ਜਾਂਦਾ ਹੈ। ਕਲਗੀਧਰ ਮਹਾਰਾਜ ਜੀ ਵੀ ਲਿਖਦੇ, ਮੱਛ ਕੱਛ ਬਾਰਾ ਤੁਮ 52 ਅਵਤਾਰ। ਪਾਤਸ਼ਾਹ ਮਹਾਰਾਜ ਲਿਖਦੇ, ਕਹਿੰਦੇ ਇਹ 52 ਅਵਤਾਰ ਮੰਨਿਆ ਗਿਆ ਹੈ। ਅਦਿਤੀ ਕਸ਼ਯਪ ਸਦਨ ਮਜਾਰ। ਰਿਸ਼ੀ ਕਸ਼ਯਪ ਔਰ ਅਦਿਤੀ ਦੇ ਘਰ ਦੇ ਵਿੱਚ ਉਸ 52 ਨੇ ਅਵਤਾਰ ਲਿਆ ਹੈ। 12 ਮੂਲਾਪੁਰ ਕੋ ਨਾਮ। ਤੇ ਜਿੱਥੇ ਅਵਤਾਰ ਲਿਆ 52 ਨੇ, ਉਹਦਾ ਨਾਮ ਹੈ ਬਾਰਾਮੁੱਲਾ। ਬਾਰਾਮੁੱਲਾ ਦੀਆਂ ਪਹਾੜੀਆਂ ਬੜੀਆਂ ਪ੍ਰਸਿੱਧ ਨੇ। ਬਾਰਾਮੁੱਲਾ ਦੀ ਧਰਤੀ ਦੇ ਉੱਤੇ ਮਹਾਰਾਜ ਜੀ ਆ ਰਹੇ ਨੇ। ਤਿਸ ਥਲ ਮਹਿ ਰਿਖ ਬਰ ਕੋ ਧਾਮ। ਕਹਿੰਦੇ ਇਸ ਬਾਰਾਮੁੱਲਾ ਦੀਆਂ ਪਹਾੜੀਆਂ ਦੇ ਵਿੱਚ ਉਸ ਰਿਸ਼ੀਵਰ ਦਾ ਧਾਮ ਹੈ, ਉਸ ਕਸ਼ਯਪ ਰਿਸ਼ੀ ਦਾ, ਜਿਹਦੇ ਨਾਂ ਦੇ ਉੱਤੇ ਜਗ੍ਹਾ ਦਾ ਨਾਮ ਪਿਆ ਕਸ਼ਮੀਰ, ਕਸ਼ਯਪ ਰਿਸ਼ੀ ਦੇ ਉੱਤੇ। ਤੇ ਕਹਿੰਦੇ ਉਸ ਕਸ਼ਯਪ ਰਿਸ਼ੀ ਦਾ ਇਹ ਧਾਮ ਹੈ। ਬੜ ਕਸ਼ਮੀਰ ਦੇਸ਼ ਜਹ ਟੀਕਾ। ਕਸ਼ਮੀਰ ਦੇਸ਼ ਬੜਾ ਸੁੰਦਰ ਬਣਿਆ ਹੋਇਆ ਹੈ, ਸਾਰੀ ਦੁਨੀਆ ਦਾ ਜਿਸ ਨੂੰ ਸਵਰਗ ਮੰਨਿਆ ਜਾਂਦਾ ਹੈ। ਕਸ਼ਯਪ ਕੀਨ ਬਸਾਵਨ ਨੀਕਾ। ਕਹਿੰਦੇ ਕਸ਼ਮੀਰ ਦੇਸ਼ ਉਸ 52 ਦੇ ਪਿਤਾ ਕਸ਼ਯਪ ਰਿਸ਼ੀ ਜੀ ਨੇ ਆਪ ਵਸਾਇਆ ਹੈ। ਕਹਾਂ ਆਏ ਉਤਰੇ ਗੁਰ ਪੂਰੇ। ਇੱਥੇ ਆਣ ਕੇ ਪੂਰਨ ਸਤਿਗੁਰੂ ਮਹਾਰਾਜ ਜੀ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਉਤਰੇ ਹਨ। ਚਾਹੋਂ ਦਿਸ਼ ਮੈਂ ਪਰਬਤ ਥਲ ਰੂਰੇ। ਚਾਰੇ ਪਾਸੇ ਸੋਹਣੇ ਪਰਬਤ, ਉੱਚੇ ਪਹਾੜ ਖੜੇ ਨੇ, ਜਿਨ੍ਹਾਂ ਦੀਆਂ ਚੋਟੀਆਂ ਦੇ ਉੱਤੇ ਬਰਫ਼ ਪਈ ਹੋਈ ਹੈ। ਪਹਾੜਾਂ ਦੀਆਂ ਸ਼੍ਰਿੰਖਲਾਵਾਂ ਦਿਖਾਈ ਦਿੰਦੀਆਂ ਹਨ। 12 ਮੂਲੇ ਮਹਿ ਸਿੱਖ ਜੇਤੇ। ਤੇ 12 ਮੁੱਲੇ ਦੇ ਵਿੱਚ ਜਿੱਥੇ ਕਈ ਸਿੱਖ ਰਹਿੰਦੇ ਨੇ, ਸਿੱਖੀ ਸੇਵਕੀ ਬੜੀ ਥਾਂ ਥਾਂ ਤੇ ਹੈ। ਤੇ ਉੱਥੇ 12 ਮੁੱਲਾਂ ਦੀਆਂ ਪਹਾੜੀਆਂ ਦੇ ਵਿੱਚ ਸਤਿਗੁਰਾਂ ਦੀ ਸਿੱਖੀ ਸੇਵਕੀ ਹੈ। ਸੁਨ ਸਤਿਗੁਰ ਟਿਕ ਪਹੁੰਚੇ ਤੇਤੇ। ਜਦੋਂ ਉੱਥੋਂ ਦੇ ਪਹਾੜੀ ਗੁਰਸਿੱਖਾਂ ਨੂੰ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਆਏ ਨੇ, ਗੁਰੂ ਮਹਾਰਾਜ ਜੀ ਨੇ ਇੱਧਰ ਸਾਡੇ ਵੱਲ ਨੂੰ ਉਤਾਰਾ ਕੀਤਾ, ਇਹ ਸੁਣ ਸੁਣ ਕੇ ਖਬਰਾਂ ਲੈ ਕੇ ਸਾਰੇ ਸਿੱਖ ਆਉਂਦੇ ਹਨ। ਸਰਬ ਭਾਂਤ ਕਰ ਸੇਵ ਮਹਾਨੀ। ਸਰਬ ਪ੍ਰਕਾਰ ਦੇ ਨਾਲ ਉਹਨਾਂ ਨੇ ਸੇਵਾ ਠਾਣੀ ਹੈ ਤੇ ਸੇਵਾ ਕਰਨੇ ਵਾਸਤੇ ਆ ਰਹੇ ਹਨ। ਪੂਰੀ ਪਈ ਸੋ ਬਾਛਾ ਠਾਨੀ। ਆਣ ਕੇ ਗੁਰੂ ਦਰਬਾਰ ਦੇ ਵਿੱਚ ਸੇਵਾ ਕਰਦੇ, ਸਤਿਗੁਰਾਂ ਦੇ ਦਰਸ਼ਨ ਕਰਦੇ ਤੇ ਮਨ ਦੇ ਵਿੱਚ ਜੋ ਵੀ ਕਾਂਖਾ ਹੁੰਦੀ, ਜੋ ਵੀ ਇੱਛਾ ਹੁੰਦੀ, ਉਹੀ ਗੁਰਸਿੱਖਾਂ ਦੀ ਇੱਛਾ ਮਹਾਰਾਜ ਪੂਰੀ ਕਰਦੇ ਨੇ। ਗੁਰਮਤਿ ਕੋ ਦੇ ਕਰ ਉਪਦੇਸ਼ਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਨੇ। ਗੁਰੂ ਦੀ ਸਿੱਖਿਆ, ਗੁਰੂ ਦਾ ਮਤ, ਇਹ ਉਪਦੇਸ਼ ਮਹਾਰਾਜ ਜੀ ਦ੍ਰਿੜ ਕਰਵਾਉਂਦੇ ਹਨ। ਗਾਡੀ ਸਿੱਖੀ ਕੀਨ ਵਿਸ਼ੇਸ਼ਾ। ਇਸ ਪ੍ਰਕਾਰ ਉਪਦੇਸ਼ ਦੇ ਕੇ ਗਾੜੀ ਸਿੱਖੀ, ਸਿੱਖੀ ਦਾ ਗੂੜਾ ਰੰਗ ਉਹਨਾਂ ਦੇ ਹਿਰਦਿਆਂ ਦੇ ਵਿੱਚ ਚੜਾਇਆ ਹੈ। ਨਿਸ ਬਿਤਾਏ ਕਰ ਪ੍ਰਾਤ ਅਰੋਹੇ। ਗੁਰੂ ਮਹਾਰਾਜ ਜੀ ਨੇ ਇੱਥੇ ਕਈ ਦਿਨ ਬਤੀਤ ਕੀਤੇ, ਰਾਤ ਬਤੀਤ ਕੀਤੀ ਹੈ। ਰਾਤਰੀ ਦਾ ਵਿਸ਼ਰਾਮ ਮਹਾਰਾਜ ਜੀ ਨੇ ਇੱਥੇ ਕੀਤਾ ਹੈ। ਪੁਨ ਆਗਿਆ ਗਿਰ ਕੋ ਮਗ ਜੇਹੇ। ਇਸ ਤੋਂ ਬਾਅਦ ਮਹਾਰਾਜ ਅੱਗੇ ਪਹਾੜਾਂ ਦੇ ਰਸਤੇ ਨੂੰ ਪਏ ਨੇ। ਡਾਕਟਰ ਭਾਈ ਵੀਰ ਸਿੰਘ ਜੀ ਕੋਡ ਕਰਦੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ, ਜਦੋਂ ਉਹਨਾਂ ਨੇ ਇਹ ਸੰਪਾਦਨਾ ਕੀਤੀ, ਕਹਿੰਦੇ ਇੱਥੇ ਬਹਿਲੋਲ ਨਾਂ ਦੇ ਫਕੀਰ ਦੇ ਨਾਲ ਗੁਰੂ ਮਹਾਰਾਜ ਜੀ ਨੇ ਬੜੀ ਚਰਚਾ ਕੀਤੀ। ਉੱਥੇ ਬੈਠੇ ਉਸ ਫਕੀਰ ਨੂੰ ਦਰਸ਼ਨ ਵੀ ਦਿੱਤੇ ਤੇ ਮਹਾਰਾਜ ਇਸ ਤੋਂ ਅੱਗੇ ਨੂੰ ਗਏ ਹਨ। ਸਰਲ ਚੀੜ ਸਮੁਦਾਏ ਖਰੇ ਹੈ। ਪਹਾੜੀ ਇਲਾਕਾ ਹੈ, ਪਹਾੜੀ ਰਸਤੇ ਨੇ, ਜਿਹੜੇ ਚੀੜ ਦੇ ਦਰਖਤ ਨੇ ਵੱਡੇ ਵੱਡੇ ਜੋ ਪਹਾੜਾਂ ਦੇ ਵਿੱਚ ਉੱਗਦੇ, ਉਹ ਦਰਖਤਾਂ ਦੀਆਂ ਕਤਾਰਾਂ ਖੜੀਆਂ ਹਨ। ਸਨੈ ਸਨੈ ਚੱਲ ਉਲੰਘ ਪਰੇ ਹੈ। ਹੌਲੀ ਹੌਲੀ ਗੁਰੂ ਮਹਾਰਾਜ ਜੀ ਉੱਚੇ ਨੀਵੇਂ ਪਹਾੜਾਂ ਤੋਂ ਲੰਘਦਿਆਂ ਹੋਇਆਂ ਜਾ ਰਹੇ ਹਨ। ਹਾਫਸ ਬਾਦ ਸਿੱਖ ਇੱਕ ਸਿਮਰਤ। ਗੁਰੂ ਕੇ ਸਿੱਖ ਸਤਿਗੁਰੂ ਮਹਾਰਾਜ ਜੀ ਨੂੰ ਸਿਮਰਦੇ ਨੇ, ਬਾਤਾਂ ਕਰਦੇ ਹਨ। ਸਤਿਗੁਰ ਦਰਸ਼ਨ ਕੋ ਚਿਤ ਬਿਰਮਤ। ਤੇ ਸੰਗਤਾਂ ਯਾਦ ਵੀ ਕਰਦੀਆਂ ਨੇ ਮਹਾਰਾਜ ਜੀ ਨੂੰ। ਸਤਿਗੁਰਾਂ ਦੇ ਦਰਸ਼ਨ ਲਈ ਸਾਰੀਆਂ ਸੰਗਤਾਂ ਬੇਬਲ ਹਨ। ਤਿਸ ਕੋ ਦਰਸ਼ਨ ਦੇ ਬੇਹੇਤ। ਗੁਰੂ ਮਹਾਰਾਜ ਉਹਨਾਂ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਪਹੁੰਚੇ ਸ਼੍ਰੀ ਸੋਢੀ ਕੁਲ ਕੇਤ। ਸੋਢੀ ਕੁਲ ਭੂਖਣ, ਸੋਢੀ ਕੁਲ ਦੇ ਧਵਜ
ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਉਧਰ ਨੂੰ ਆਏ ਹਨ। ਪੁਰ ਤੇ ਵਹਿਰ ਕਰਿਓ ਪਿਖ ਡੇਰਾ। ਨਗਰ ਤੋਂ ਬਾਰ-ਬਾਰ ਗੁਰੂ ਮਹਾਰਾਜ ਜੀ ਨੇ ਡੇਰਾ ਲਾਇਆ, ਆਪਣਾ ਆਸਣ ਨਗਰ ਤੋਂ ਬਾਰ-ਬਾਰ ਉਤਾਰਾ ਕੀਤਾ ਹੈ। ਉਤਰੇ ਹੈ ਲਗਾਏ ਤਿਸ ਬੇਰਾ। ਆਪਣੇ ਘੋੜੇ ਤੋਂ ਹੇਠਾਂ ਉਤਰੇ ਨੇ ਤੇ ਮਹਾਰਾਜ ਜੀ ਨੇ ਆਸਣ ਲਗਵਾਏ ਹਨ। ਤਰਵਰ ਕੀ ਛਾਇਆ ਰਮਣੀਕ। ਇੱਕ ਸੰਘਣਾ ਦਰਖਤ ਖੜਾ ਸੀ ਉੱਥੇ ਤੇ ਉਸ ਦਰਖਤ ਦੀ ਛਾਂ ਦੇ ਹੇਠਾਂ ਗੁਰੂ ਮਹਾਰਾਜ ਜੀ ਆਣ ਕੇ ਬਿਰਾਜੇ ਹਨ। ਸਗਨ ਸਦਲ ਗਨ ਖਰੇ ਨਜੀਕ। ਆਲੇ ਦੁਆਲੇ ਦਰਖਤ ਖੜੇ ਨੇ ਜਿਨ੍ਹਾਂ ਦੀ ਛਾਇਆ ਉਹ ਬੜੀ ਸੰਘਣੀ ਹੈ। ਫਰਸ਼ ਕਰਾਏ ਬੈਠ ਤਹ ਗਏ। ਜਿਹੜੇ ਗੁਰੂ ਕੇ ਨਾਲ ਸਿੱਖ ਸੇਵਾਦਾਰ ਨੇ ਉਸੇ ਵੇਲੇ ਉਹਨਾਂ ਨੇ ਕਨਾਤਾਂ ਤਾਣ ਦਿੱਤੀਆਂ, ਸੋਹਣੇ ਫਰਸ਼ ਵਿਛਾ ਦਿੱਤੇ, ਗਿਲਮ ਗਲੀਚੇ ਲਗਾ ਦਿੱਤੇ ਹਨ। ਪੁਰ ਮਹਿ ਸੁਧ ਹੋਈ ਗੁਰ ਆਏ। ਨਗਰ ਦੇ ਵਿੱਚ ਖਬਰ ਪਹੁੰਚੀ ਹੈ ਕਿ ਗੁਰੂ ਮਹਾਰਾਜ ਜੀ ਨਗਰ ਦੇ ਬਾਰ-ਬਾਰ ਆਏ ਹੋਏ ਨੇ। ਨਗਰ ਦੇ ਅੰਦਰ ਇਹ ਖਬਰਾਂ, ਇਹ ਕਨਸੋਆਂ ਪਹੁੰਚੀਆਂ ਹਨ। ਕਰਮ ਚੰਦ ਸਿੱਖ ਤਹਾਂ ਬਸਤ ਹੈ। ਤੇ ਉੱਥੇ ਗੁਰੂ ਮਹਾਰਾਜ ਜੀ ਦਾ ਇੱਕ ਸਿੱਖ ਰਹਿੰਦਾ ਸੀ ਜਿਹਦਾ ਨਾਂ ਹੈ ਕਰਮਚੰਦ। ਭਾਈ ਕਰਮਚੰਦ ਉਸ ਨਗਰ ਦੇ ਵਿੱਚ ਵਸਦਾ ਹੈ। ਪਾਣੀ ਪਠਬੇ ਅਰਥ ਰਸਤ ਹੈ। ਤੇ ਭਾਈ ਕਰਮਚੰਦ ਕਿਹੋ ਜਿਹਾ ਗੁਰਸਿੱਖ, ਜਿਹੜਾ ਬਾਣੀ ਪੜ੍ਹਦਾ ਤੇ ਨਾਲ ਨਾਲ ਉਸ ਬਾਣੀ ਦੇ ਅਰਥਾਂ ਦੀ ਵਿਚਾਰ ਵੀ ਕਰਦਾ ਸੀ। ਇਹੋ ਜਿਹਾ ਗੁਰਸਿੱਖ, ਕਿਉਂਕਿ ਮਹਾਰਾਜ ਜੀ ਦੇ ਬਚਨ ਨੇ ਨਾ, ਡਿੱਠਾ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਤੇ ਕਹਿੰਦੇ ਉਹ ਭਾਈ ਕਰਮਚੰਦ ਬਾਣੀ ਪੜ੍ਹਦਾ ਤੇ ਨਾਲ ਨਾਲ ਉਹਦੇ ਅਰਥਾਂ ਨੂੰ ਵਿਚਾਰਦਾ ਹੈ। ਸੋ ਸੁਨ ਕੇ ਆਇਓ ਤਤਕਾਲ। ਭਾਈ ਕਰਮਚੰਦ ਨੇ ਸੁਣਿਆ ਕਿ ਗੁਰੂ ਮਹਾਰਾਜ ਜੀ ਇੱਧਰ ਆਏ ਹੋਏ ਨੇ। ਬੜੀ ਛੇਤੀ ਦੇ ਨਾਲ ਤਤਕਾਲ ਹੀ ਉਸੇ ਵੇਲੇ ਭਾਈ ਕਰਮਚੰਦ ਚੱਲ ਕੇ ਆਇਆ ਹੈ। ਦੇਖਿਓ ਸੁੰਦਰ ਦਰਸ ਵਿਸਾਲ। ਗੁਰੂ ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕੀਤੇ ਆਣ ਕੇ। ਬੰਦਨ ਕਰੀ ਚਰਨ ਅਰਬਿੰਦ। ਹੱਥ ਜੋੜ ਕੇ ਭਾਈ ਕਰਮਚੰਦ ਨੇ ਸਤਿਗੁਰਾਂ ਨੂੰ ਬੰਦਨਾ ਕੀਤੀ ਹੈ। ਮਹਾਰਾਜ ਜੀ ਦੇ ਸੋਹਣੇ ਚਰਨ ਕਮਲਾਂ ਦੇ ਉੱਤੇ ਆਪਣਾ ਸੀਸ ਝੁਕਾਇਆ ਹੈ। ਬੂਜਤ ਭੇ ਸ਼੍ਰੀ ਹਰਿਗੋਬਿੰਦ। ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਸ ਭਾਈ ਕਰਮਚੰਦ ਨੂੰ ਵੇਖ ਕੇ ਪੁੱਛਦੇ ਹਨ, ਕੌਣ ਅਹੈ ਕਿਸ ਥਲ ਮਹਿ ਬਾਸੈ। ਮਹਾਰਾਜ ਕਹਿੰਦੇ, ਪੁਰਖਾ ਤੇਰਾ ਕੀ ਨਾਮ ਹੈ, ਕੌਣ ਹੈ ਤੂੰ ਤੇ ਕਿਹੜੀ ਥਾਂ ਦੇ ਉੱਤੇ ਤੂੰ ਨਿਵਾਸ ਰੱਖਦਾ, ਤੇਰਾ ਘਰ ਕਿੱਥੇ ਹੈ। ਕਿਸ ਕਾਰਜ ਆਇਓ ਹਮ ਪਾਸੈ। ਭਾਈ ਪੁਰਖਾ ਗੁਰਸਿੱਖਾ ਕਿਹੜਾ ਕਾਰਜ ਹੈ ਤੈਨੂੰ ਸਾਡੇ ਨਾਲ, ਕਿਸ ਕਾਰਜ ਵਾਸਤੇ ਤੂੰ ਚੱਲ ਕੇ ਆਇਆ, ਤੇਰੇ ਮਨ ਦੀ ਮਨਸ਼ਾ ਕੀ ਹੈ। ਕਰਮ ਚੰਦ ਕਰ ਜੋਰਤ ਉਚਰੀ। ਉਸ ਵੇਲੇ ਭਾਈ ਕਰਮਚੰਦ ਨੇ ਹੱਥ ਜੋੜੇ, ਹੱਥ ਜੋੜ ਕੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ, ਰਾਵਰ ਸਿੱਖ ਬਸੋ ਇਸ ਪੁਰੀ। ਇਹ ਗੁਰੂ ਮਹਾਰਾਜ ਜੀ, ਮੈਂ ਆਪ ਜੀ ਦਾ ਸਿੱਖ ਹਾਂ, ਤੁਹਾਡੀ ਕਿਰਪਾ ਦੇ ਨਾਲ ਮਹਾਰਾਜ ਇਸ ਨਗਰੀ ਦੇ ਵਿੱਚ ਹੀ ਮੈਂ ਵਾਸਾ ਕਰਦਾ ਹਾਂ। ਜਥਾ ਸ਼ਕਤ ਚਾਹੋ ਤੁਮ ਸੇਵਾ। ਮਹਾਰਾਜ ਮੇਰੇ ਮਨ ਦੀ ਇੱਛਾ ਹੈ, ਮੇਰੇ ਮਨ ਦੀ ਭਾਵਨਾ ਹੈ ਕਿ ਜਿਤਨਾ ਮੇਰੇ ਤੋਂ ਸਰਦਾ ਯਥਾ ਸ਼ਕਤ ਮਹਾਰਾਜ ਮੈਂ ਆਪ ਜੀ ਦੀ ਸੇਵਾ ਕਰ ਲਵਾਂ। ਵੱਡੇ ਭਾਗ ਪਹੁੰਚੇ ਗੁਰਦੇਵਾ। ਮਹਾਰਾਜ ਮੇਰੇ ਤਾਂ ਭਾਗ ਜਾਗ ਪਏ ਨੇ, ਮੇਰੇ ਤਾਂ ਭਾਗ ਸਵੱਲੇ ਹੋਏ ਨੇ, ਵੱਡੇ ਭਾਗ ਨੇ ਮੇਰੇ ਜੋ ਤੁਸੀਂ ਮੈਨੂੰ ਆਣ ਕੇ ਦਰਸ਼ਨ ਦਿੱਤੇ ਨੇ। ਇਮ ਕਹਿ ਗਇਓ ਸਦਨ ਤਤਕਾਲਾ। ਇਦਾਂ ਕਹਿ ਕੇ ਨਾ ਬੜੀ ਛੇਤੀ ਦੇ ਨਾਲ, ਕਾਹਲੀ ਦੇ ਨਾਲ ਕਰਮਚੰਦ ਉੱਠਿਆ ਤੇ ਆਪਣੇ ਘਰ ਨੂੰ ਆਇਆ ਹੈ। ਸਰਬ ਸਮਗਰੀ ਲਿਆਏ ਬਿਸਾਲਾ। ਘਰ ਦੇ ਵਿੱਚ ਜੋ ਕੁਝ ਵੀ ਸੀ ਯਥਾ ਸ਼ਕਤ ਭਾਈ ਕਰਮਚੰਦ ਉਹ ਚੁੱਕ ਕੇ ਲਿਆਇਆ ਸੇਵਾ ਵਾਸਤੇ। ਹੇਤ ਪਵੰਗਮ ਤ੍ਰਿਣ ਅਰਦਾਨਾ। ਕਹਿੰਦੇ ਕੀ ਕੀ ਲਿਆਇਆ, ਘੋੜਿਆਂ ਵਾਸਤੇ ਪਹਿਲਾਂ ਤਾਂ ਦਾਣਾ ਪੱਠਾ ਲੈ ਕੇ ਆਇਆ। ਘੋੜਿਆਂ ਨੂੰ ਘਾਹ ਚਾਹੀਦਾ, ਦਾਣਾ ਚਾਹੀਦਾ, ਘੋੜਿਆਂ ਵਾਸਤੇ ਘਾਹ ਪੱਠਾ ਦਾਣਾ ਲੈ ਕੇ ਆਇਆ ਹੈ। ਚਾਵਰ ਚੂਨਦਾਰ ਬਿਦ ਨਾਨਾ। ਫਿਰ ਗੁਰੂ ਕੇ ਲੰਗਰਾਂ ਵਾਸਤੇ ਚਾਵਲ ਲੈ ਕੇ ਆਇਆ, ਆਟਾ ਲੈ ਕੇ ਆਇਆ, ਦਾਲ ਲੈ ਕੇ ਹਾਜ਼ਰ ਹੋਇਆ ਹੈ। ਸਰਪੀ ਸੀਤਾ ਆਨ ਕਰਨੀ ਕੇ। ਸਾਰ ਸੰਗਤ ਜੀ ਦੇਸੀ ਘਿਓ, ਸਰਪੀ ਕਹਿੰਦੇ ਦੇਸੀ ਘਿਓ ਨੂੰ, ਫਿਰ ਇਸੇ ਪ੍ਰਕਾਰ ਸਿਤਾ ਖੰਡ ਲੈ ਕੇ ਹਾਜ਼ਰ ਹੋਇਆ ਹੈ। ਸ਼੍ਰੀ ਗੁਰ ਕੇ ਸਭ ਧਰਿਓ ਨਜੀ ਕੇ। ਸਾਰੀਆਂ ਵਸਤੂਆਂ ਲਿਆ ਕੇ ਨਾ, ਆਟਾ, ਦਾਲ, ਚਾਵਲ, ਦੇਸੀ ਘਿਓ, ਖੰਡ, ਇਹ ਸਾਰਾ ਸਿੱਧਾ ਲਿਆ ਕੇ
ਸਤਿਗੁਰਾਂ ਦੇ ਅੱਗੇ ਰੱਖ ਦਿੱਤਾ ਹੈ। ਆਇਸ ਪਾਏ ਅਰਾਲਿਕ ਤਵੈ। ਤੇ ਗੁਰੂ ਮਹਾਰਾਜ ਜੀ ਨੇ ਲਾਂਗਰੀ ਸਿੱਖ ਨੂੰ ਬੁਲਾਇਆ। ਅਰਾਲਿਕ ਕਹਿੰਦੇ ਨੇ ਰਸੋਈਆ। ਗੁਰੂ ਮਹਾਰਾਜ ਜੀ ਨੇ ਆਪਣੇ ਲਾਂਗਰੀ ਸਿੱਖ ਨੂੰ ਬੁਲਾਇਆ। ਲਾਂਗਰੀ ਸਿੱਖ ਨੇ ਸਤਿਗੁਰਾਂ ਦੀ ਆਗਿਆ ਪਾ ਕੇ ਭੋਜਨ ਕਰਿਓ ਤਿਆਰ ਸੁਭ ਸਬੈ। ਉਸੇ ਵੇਲੇ ਦੇਗਾਂ ਦੇ ਵਿੱਚ ਸਾਰੀਆਂ ਰਸਦਾਂ ਬਸਦਾਂ ਪਹੁੰਚਾ ਦਿੱਤੀਆਂ ਤੇ ਭੋਜਨ ਪ੍ਰਸ਼ਾਦ ਉਹ ਲੰਗਰ ਤਿਆਰ ਹੋਇਆ ਹੈ। ਸ੍ਰੀ ਹਰਿ ਗੋਬਿੰਦ ਜਬ ਤ੍ਰਿਪਤਾਏ। ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਹ ਪਕਵਾਨ ਉਹ ਭੋਜਨ ਪ੍ਰਸ਼ਾਦਾ ਛਕਿਆ ਹੈ। ਹੋਏ ਪ੍ਰਸੰਨ ਬੈਠੇ ਤਰ ਛਾਏ। ਮਹਾਰਾਜ ਜੀ ਭੋਜਨ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋਏ ਨੇ ਤੇ ਦਰਖਤ ਦੀ ਛਾਂ ਦੇ ਹੇਠਾਂ ਸਤਿਗੁਰੂ ਮਹਾਰਾਜ ਜੀ ਬਿਰਾਜੇ ਹਨ। ਬੋਲਿਓ ਕਰਮ ਚੰਦ ਕਰ ਜੋਰ। ਹੱਥ ਜੋੜ ਕੇ ਭਾਈ ਕਰਮਚੰਦ ਗੁਰੂ ਮਹਾਰਾਜ ਜੀ ਨੂੰ ਬੋਲਿਆ, ਕਹਿਣ ਲੱਗਾ, ਚਹਿਤ ਰਹਿਓ ਆਵਨ ਤੁਮ ਔਰ। ਮਹਾਰਾਜ ਮੇਰੇ ਮਨ ਦੀ ਕਿੰਨੀ ਦੇਰ ਦੀ ਇੱਛਾ ਸੀ ਮੈਂ ਤੁਹਾਡੇ ਵੱਲੇ ਆਵਾਂ, ਮੈਂ ਪੰਜਾਬ ਵੱਲ ਆਵਾਂ। ਮਹਾਰਾਜ ਕਿੰਨੀ ਦੇਰ ਦੀ ਇੱਛਾ ਸੀ ਕਿ ਮੈਂ ਵੀ ਅੰਮ੍ਰਿਤਸਰ ਆਵਾਂ। ਜਪ ਜੀ ਕੇ ਅਰਥਨ ਕੀ ਚਾਹੂ। ਇਹ ਗੁਰੂ ਮਹਾਰਾਜ ਜੀ ਮੇਰੇ ਮਨ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਦੇ ਅਰਥਾਂ ਦੀ ਚਾਹਨਾ ਹੈ। ਮਹਾਰਾਜ ਮੈਂ ਜਪਜੀ ਸਾਹਿਬ ਦੇ ਅਰਥ ਉਹ ਵਿਚਾਰਨਾ ਚਾਹੁੰਦਾ ਹਾਂ। ਸੁਨੋ ਸ਼ਰੋਨ ਮੈਂ ਰਾਵਰ ਪਾਹੂ। ਮਹਾਰਾਜ ਮੈਂ ਆਪ ਜੀਆਂ ਦੇ ਕੋਲੋਂ ਜਪਜੀ ਸਾਹਿਬ ਦੇ ਅਰਥ ਉਹ ਮਹਾਰਾਜ ਜੀ ਸੁਣਨਾ ਚਾਹੁੰਦਾ ਹਾਂ। ਕਿਰਪਾ ਕਰੋ ਮੁਝ ਦੇਹੋ ਸੁਨਾਏ। ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਮਹਾਰਾਜ ਮੇਰੇ ਉੱਤੇ। ਮਹਾਰਾਜ ਦਇਆ ਕਰੋ ਤੇ ਜਪਜੀ ਸਾਹਿਬ ਦੇ ਅਰਥ ਮੈਨੂੰ ਤੁਸੀਂ ਦੱਸ ਦਿਓ। ਤੁਮ ਬਿਨ ਅਪਰ ਨ ਕਿਸ ਤੇ ਆਏ। ਕਿ ਮਹਾਰਾਜ ਜਿਹੜੀ ਬਾਣੀ ਹੈ ਨਾ ਜਪਜੀ ਸਾਹਿਬ ਦੀ, ਉਹਦੇ ਵਿੱਚ ਬੜਾ ਗੂੜ ਗਿਆਨ ਹੈ, ਬੜਾ ਗੂੜ ਸਿਧਾਂਤ ਹੈ ਜਪਜੀ ਦੀ ਬਾਣੀ ਦੇ ਵਿੱਚ। ਤੇ ਮਹਾਰਾਜ ਐਸਾ ਤੁਹਾਡੇ ਤੋਂ ਬਿਨਾ ਕੋਈ ਨਹੀਂ ਜੋ ਜਪਜੀ ਸਾਹਿਬ ਦੇ ਅਰਥ ਕਰ ਸਕਦਾ ਹੋਵੇ। ਸਾਰੀ ਦੁਨੀਆ ਭੁੱਲਣਹਾਰ ਹੈ, ਪਰ ਮਹਾਰਾਜ ਇੱਕ ਤੁਸੀਂ ਹੋ ਜੋ ਅਭੁੱਲ ਹੋ। ਤੇ ਮਹਾਰਾਜ ਕਿਰਪਾ ਕਰਕੇ ਤੁਸੀਂ ਅਰਥ ਮੈਨੂੰ ਪੜ੍ਹਾ ਦਿਓ। ਸ੍ਰੀ ਹਰਿ ਗੋਬਿੰਦ ਬਾਕ ਬਖਾਨਾ। ਇਹ ਬੇਨਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਬੋਲੇ, ਜਪ ਕੇ ਅਰਥ ਮਹਾਨ ਮਹਾਨਾ। ਕਹਿਣ ਲੱਗੇ ਭਾਈ ਕਰਮਚੰਦਾ ਜਪਜੀ ਸਾਹਿਬ ਦੇ ਅਰਥ ਮਹਾਨ ਤੋਂ ਵੀ ਮਹਾਨ ਨੇ, ਪਰੇ ਤੋਂ ਪਰੇ ਜਪਜੀ ਸਾਹਿਬ ਦੇ ਅਰਥ ਹਨ। ਜਥਾ ਵੇਦ ਪਦ ਅਰਥ ਉਚਾਰੈ। ਕਹਿੰਦੇ ਜਿਵੇਂ ਵੇਦ ਹੈ ਨਾ, ਜਿਵੇਂ ਵੇਦਾਂ ਦਾ ਅਰਥ ਹੁੰਦਾ ਹੈ, ਜਿਹੜਾ ਵੇਦ ਹੈ ਨਾ ਉਹ ਸੰਸਕ੍ਰਿਤ ਦੀ ਵਿਦ ਧਾਤੂ ਤੋਂ ਬਣਿਆ, ਜਿਸ ਤੋਂ ਭਾਵ ਹੈ ਜਾਣਨਾ। ਜਿਵੇਂ ਵੇਦ ਤੋਂ ਭਾਵ ਜਾਣਨ ਦੀ ਪ੍ਰਕਿਰਿਆ ਤੋਂ ਹੈ। ਨਿਜ ਸਰੂਪ ਜਾਣਨ ਨਿਰਧਾਰੈ। ਵਿਦ ਧਾਤੂ ਤੋਂ ਬਣਿਆ ਵੇਦ ਤੇ ਇਸ ਤੋਂ ਭਾਵ ਹੈ ਜਾਣਨਾ। ਕੀ ਜਾਣਨਾ? ਆਪਣੇ ਨਿਜ ਸਰੂਪ ਨੂੰ, ਨਿਜ ਸਰੂਪ ਨੂੰ ਜਾਣਨਾ। ਕਿਉਂਕਿ ਮਨੁੱਖ ਆਪਣਾ ਨਿਜ ਸਰੂਪ ਭੁੱਲਿਆ ਹੋਇਆ। ਭੁੱਲ ਗਏ ਹੋ ਗਿਆਨ ਤੇ ਆਪਣੋ ਆਤਮ ਰੂਪ, ਅਧਿਆਤਮ ਪ੍ਰਕਾਸ਼ ਦਾ ਬਚਨ। ਤੇ ਮਹਾਰਾਜ ਜੀ ਕਹਿਣ ਲੱਗੇ ਕਿ ਵੇਦ ਦਾ ਇਹ ਅਰਥ ਹੈ ਆਪਣੇ ਨਿਜ ਸਰੂਪ ਨੂੰ ਜਾਣਨਾ। ਤਿਮ ਜਪ ਪਦ ਕੋ ਅਰਥ ਲਖੀਜੈ। ਕਹਿੰਦੇ ਬਿਲਕੁਲ ਇਸੇ ਪ੍ਰਕਾਰ ਜਪ ਜੀ ਦਾ ਅਰਥ ਵੀ ਇਹੀ ਹੈ। ਜੋ ਜਪ ਬਾਣੀ ਹੈ ਨਾ, ਜਪ ਦਾ ਕੀ ਭਾਵ ਹੈ? ਆਪਣੇ ਨਿਜ ਸਰੂਪ ਨੂੰ ਜਾਣਨਾ। ਜਿਹੜਾ ਜਪ ਹੈ ਉਹ ਸੰਸਕ੍ਰਿਤ ਦੇ ਗਿਪ ਧਾਤੂ ਤੋਂ ਬਣਿਆ। ਇਸ ਤੋਂ ਵੀ ਭਾਵ ਹੈ ਆਪਣੇ ਨਿਜ ਸਰੂਪ ਦੀ ਪਹਿਚਾਣ ਕਰਨੀ। ਜਾਣਨ ਆਪਨ ਸਰੂਪ ਜਨੀਜੈ। ਆਪਣੇ ਸਰੂਪ ਨੂੰ ਜਾਣਨਾ ਹੁਣ ਕਿਤਨਾ ਕਠਿਨ ਕਾਰਜ ਹੈ। ਤੇ ਜਿਹਨੇ ਆਪਣੇ ਨਿਜ ਸਰੂਪ ਨੂੰ ਜਾਣ ਲਿਆ ਉਹ ਤਾਂ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਗਿਆ ਨਾ। ਆਪ ਜੀ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਤਕਰਾ ਵੇਖੋ ਤੇ ਉਸ ਦੇ ਵਿੱਚ ਜਪਜੀ ਸਾਹਿਬ ਦਾ ਪੂਰਾ ਨਾਮ ਲਿਖਿਆ, ਜਪ ਨਿਸ਼ਾਨ। ਨਿਸ਼ਾਨ ਤੋਂ ਭਾਵ ਹੈ ਰਾਹਦਾਰੀ। ਜਿਹਦੇ ਪੱਲੇ ਜਪਜੀ ਹੈ ਨਾ, ਜਿਹਦੇ ਕੋਲ ਜਪਜੀ ਦੀ ਬਾਣੀ ਹੈ, ਤੇ ਸਾਧ ਸੰਗਤ ਜੀ ਰਸਤੇ ਦੇ ਵਿੱਚ ਨਾ ਉਸ ਗੁਰਸਿੱਖਾਂ ਨੂੰ, ਧਰਮਰਾਜ ਨੂੰ ਰਾਹਦਾਰੀ ਨਹੀਂ ਦੇਣੀ ਪੈਂਦੀ ਜਮਦੂਤਾਂ ਨੂੰ। ਜਿਹਦੇ ਕੋਲ ਚੁੰਗੀ ਹੈ ਨਾ, ਰਾਹਦਾਰੀ ਹੈ, ਟੈਕਸ ਜਿਹਨੇ ਦਿੱਤਾ ਹੀ ਹੋਇਆ ਤੇ ਉਹ ਸਿੱਧਾ ਲੰਘ ਜਾਂਦਾ ਫਿਰ ਉੱਥੋਂ ਦੀ। ਤੇ ਜਿਹਦੇ ਕੋਲ ਜਪ ਨਿਸ਼ਾਨ ਦੀ ਬਾਣੀ ਆ ਤੇ ਉਹਦੇ ਰਸਤੇ ਦੇ ਵਿੱਚ ਜਮਦੂਤ ਅੜਿੱਕਾ ਨਹੀਂ ਬਣਦੇ, ਉਹ ਸਿੱਧਾ ਹੀ ਸੱਚਖੰਡ ਲੰਘ ਜਾਂਦਾ। ਇਸ ਪ੍ਰਕਾਰ ਤੇ ਜਪ ਦਾ ਅਰਥ ਹੈ ਆਪਣੇ ਨਿਜ ਸਰੂਪ ਨੂੰ ਜਾਣਨਾ। ਧਰਿਓ ਪ੍ਰਥਮ ਹੀ ਜੋ ਜਪ ਨਾਮ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾ ਨਾਮ ਹੀ
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਪ ਦਿੱਤਾ ਹੈ ਕਿ ਆਪਣੇ ਨਿਜ ਸਰੂਪ ਦੀ ਪਹਿਚਾਣ ਕਰਨੀ। ਸਰਬ ਗ੍ਰੰਥ ਕੋ ਲਿਖਿਆ ਅਭਿਰਾਮ, ਤੇ ਇਸੇ ਜਪ ਜੀ ਨੂੰ ਆਧਾਰ ਬਣਾ ਕੇ ਸਾਰਾ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਉਹ ਬੜੀ ਸੁੰਦਰ ਲਿਖੀ ਹੈ। ਵੇਦ ਰੋ ਜਪ ਪਦ ਦੁਐ ਕੋ ਅਰਥ, ਇਸ ਪ੍ਰਕਾਰ ਵੇਦ ਔਰ ਜਪ ਜੀ ਇਹਨਾਂ ਦੋਵਾਂ ਦੇ ਜਿਹੜੇ ਅਰਥ ਹਨ, ਇਕ ਜਾਣਨ ਕੋ ਕਹੈ ਸਮਰੱਥ। ਕਹਿੰਦੇ ਇਹਨਾਂ ਦੋਵਾਂ ਦਾ ਮਾਇਨਾ ਇੱਕੋ ਹੀ ਹੈ। ਵੇਦ ਦਾ ਮਤਲਬ ਵੀ ਹੈ ਜਾਣਨਾ, ਤੇ ਜਪ ਦਾ ਮਤਲਬ ਵੀ ਹੈ ਆਪਣੇ ਨਿਜ ਸਰੂਪ ਨੂੰ ਜਾਣ ਲੈਣਾ। ਜਾਂ ਤੇ ਸੁਨਹੁ ਖਸ਼ਟ ਜੇ ਪੌਰੀ, ਇਸ ਕਰਕੇ ਸੁਣੋ ਕਿ ਜਪਜੀ ਸਾਹਿਬ ਦੀਆਂ ਜਿਹੜੀਆਂ ਪਹਿਲੀਆਂ 6 ਪੌੜੀਆਂ ਨੇ, ਸੋਚਿਆ ਸੋਚਣਾ ਹੋਵਈ ਤੋਂ ਲੈ ਕੇ ਤੀਰਥ ਨਹਾਵਾ ਜੇ ਤਿਸ ਭਾਵਾ, ਇਹ ਜਿਹੜੀਆਂ ਪਹਿਲੀਆਂ 6 ਪੌੜੀਆਂ ਹਨ, ਕੀਨ ਮੰਗਲਾ ਚਰਨ ਸਠੌਰੀ। ਇਹ 6 ਪੌੜੀਆਂ ਗੁਰੂ ਮਹਾਰਾਜ ਨੇ ਮੰਗਲਾਚਰਨ ਦੇ ਰੂਪ ਦੇ ਵਿੱਚ ਦਰਜ ਕੀਤੀਆਂ ਨੇ। ਮੰਗਲ ਹੁੰਦੇ ਨੇ, ਨਮਸਕਾਰਾਤਮਕ ਮੰਗਲ ਹੈ, ਵਸਤੂ ਨਿਰਦੇਸ਼ ਮੰਗਲ ਹੈ, ਤੇ ਕਹਿੰਦੇ ਇਸੇ ਪ੍ਰਕਾਰ ਜਿਹੜੀਆਂ ਇਹ 6 ਪੌੜੀਆਂ ਨੇ ਨਾ, ਇਹ ਮੰਗਲਾਚਰਨ ਦੇ ਰੂਪ ਦੇ ਵਿੱਚ, ਭਾਵ ਇਹਦੇ ਵਿੱਚ ਪਰਮੇਸ਼ਰ ਦੀ ਸਿਫਤ ਕੀਤੀ ਗਈ ਆ ਇਹਨਾਂ 6 ਪੌੜੀਆਂ ਦੇ ਵਿੱਚ। ਸਪਤਮ ਮਹਿ ਬੈਰਾਗ ਅਲਾਵਾ, ਤੇ ਜਿਹੜੀ 7ਵੀਂ ਪੌੜੀ ਹੈ ਜਪਜੀ ਸਾਹਿਬ ਦੀ, ਉਸ ਦੇ ਵਿੱਚ ਬੈਰਾਗ ਹੈ। ਜਿਹੜੀ ਆਪਾਂ ਪੌੜੀ ਪੜ੍ਹਦੇ ਆ ਨਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ। ਕਹਿੰਦੇ ਚਾਹੇ ਤੈਨੂੰ ਨੌਵਾਂ ਖੰਡਾਂ ਦੇ ਵਿੱਚ ਵੀ ਪੂਰੀ ਦੁਨੀਆ ਜਾਣਨ ਲੱਗ ਜਾਵੇ, ਜਦੋਂ ਤੂੰ ਚੱਲੇ ਤੇਰੇ ਪਿੱਛੇ ਪਿੱਛੇ ਸਾਰੇ ਚੱਲਣ, ਪਰ ਮਹਾਰਾਜ ਕਹਿੰਦੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ। ਜੇ ਪਰਮੇਸ਼ਰ ਦੀ ਤੂੰ ਨਜ਼ਰ ਦੇ ਵਿੱਚ ਨਾ ਹੀ ਆਇਆ, ਜੇ ਪਰਮੇਸ਼ਰ ਦੀ ਕਿਰਪਾ ਹੀ ਨਹੀਂ ਨਾ ਹੋਈ, ਤੇ ਕਹਿੰਦੇ ਫਿਰ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ, ਜਿੰਨਾ ਮਰਜੀ ਤੂੰ ਚੌਧਰ ਬਣਿਆ ਫਿਰਦਾ ਰਹੇ। ਤੇ ਕਹਿੰਦੇ ਇਸ ਪੌੜੀ ਦੇ ਵਿੱਚ ਵੈਰਾਗ ਦੀ ਦਸ਼ਾ ਲਿਖੀ ਹੈ। ਬਿਨਾ ਗਿਆਨ ਸਭ ਕੂਰ ਦਿਖਾਵਾ, ਤੇ ਜਿੱਥੇ ਇਸ ਪੌੜੀ ਦੇ ਵਿੱਚ ਵੈਰਾਗ ਦੀ ਬਾਤ ਹੈ, ਤੇ ਉੱਥੇ ਹੀ ਮਹਾਰਾਜ ਦੱਸਦੇ ਨੇ ਕਿ ਬਿਨਾ ਗਿਆਨ ਤੋਂ ਕੁਝ ਵੀ ਹਾਸਲ ਨਹੀਂ ਕੀਤਾ ਜਾਂਦਾ। ਬਹੁਰੋ ਚਾਰ ਜੇ ਪੌੜੀ ਬਣੀ, ਤੇ ਇਸ ਤੋਂ ਬਾਅਦ ਜਿਹੜੀਆਂ ਅੱਗੇ 4 ਪੌੜੀਆਂ ਨੇ, ਜੇ ਜੁਗ ਚਾਰੇ ਆਰਜਾ, ਇਸ ਤੋਂ ਬਾਅਦ ਦੀਆਂ ਜਿਹੜੀਆਂ ਅੱਗੇ 4 ਪੌੜੀਆਂ ਹਨ, ਸ਼ਰਵਣ ਮਹਾਤਮ ਮਹਿਮਾ ਭਨੀ। ਤੇ ਕਹਿੰਦੇ ਇਹਨਾਂ ਦਾ ਮਹਾਤਮ ਹੈ ਸੁਣਨ ਦਾ। ਇਹਨਾਂ 4 ਪੌੜੀਆਂ ਦੇ ਵਿੱਚ ਸੁਣਿਆ ਦੀ ਗੱਲ ਹੈ ਨਾ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਰਾ ਗੁਣਾ ਕੇ ਗਾਹ। ਇਹ 4 ਪੌੜੀਆਂ ਸੁਣਿਆ ਦੀਆਂ ਨੇ। ਕਹਿੰਦੇ ਇਹਨਾਂ ਦਾ ਮਹਾਤਮ ਬੜਾ ਵੱਡਾ ਹੈ। ਪੁਨ ਚਾਰਿਨ ਮਹਿਮਨ ਨ ਦਿਖਾਇਓ, ਤੇ ਉਸ ਤੋਂ ਬਾਅਦ 4 ਪੌੜੀਆਂ ਹੀ ਮੰਨਣ ਦੀਆਂ ਨੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਪਹਿਲਾਂ ਸੁਣਨਾ ਹੈ ਫਿਰ ਸੁਣੇ ਹੋਏ ਨੂੰ ਮੰਨਣਾ ਹੈ। ਤੇ ਕਹਿੰਦੇ 4 ਪੌੜੀਆਂ ਹੀ ਉਹ ਮੰਨਣ ਦੀਆਂ ਹਨ। ਬ੍ਰਹਮ ਗਿਆਨ ਕੋ ਹੇਤ ਜਨਾਇਓ, ਤੇ ਇਸ ਮੰਨੇ ਦੀਆਂ 4 ਪੌੜੀਆਂ ਦੇ ਵਿੱਚ ਮੰਨੇ ਕੀ ਗਤ ਕਹੀ ਨਾ ਜਾਏ, ਮੰਨੈ ਸੁਰਤ ਹੋਵੇ ਮਨ ਬੁੱਧ, ਇਸੇ ਪ੍ਰਕਾਰ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਵੈ ਮੋਖ ਦਵਾਰ। ਇਹਨਾਂ 4 ਪੌੜੀਆਂ ਦੇ ਵਿੱਚ ਗੂੜ ਗਿਆਨ ਉਹ ਛੁਪਿਆ ਹੈ। ਪੰਜ ਪਰਵਾਣ ਬਿਖੈ ਨਿਧਿਆਸਨ, ਤੇ ਫਿਰ ਜਿਹੜੀ ਅਗਲੇਰੀ ਪੌੜੀ ਹੈ, 5 ਪਰਵਾਣ 5 ਪ੍ਰਧਾਨ, ਕਹਿੰਦੇ ਇਸ ਪੌੜੀ ਦੇ ਵਿੱਚ ਨਿਧਿਆਸਣ ਦੀ ਬਾਤ ਲਿਖੀ ਹੈ। ਤੀਨੋਂ ਕਰਤਿਓ ਕਰ ਹੈ ਉਪਾਸ਼ਨ, ਇਸ ਪ੍ਰਕਾਰ ਉਪਾਸਨਾ ਕਰਨੀ ਹੈ ਪਰਮੇਸ਼ਰ ਦੀ, ਸੁਣਨਾ ਮੰਨਣਾ ਤੇ ਫਿਰ ਉਹਦਾ ਨਿਧਿਆਸਣ ਕਰਨਾ ਹੈ। ਸਮਾਧੀ ਤੋਂ ਜਿਹੜੀ ਪਹਿਲੀ ਅਵਸਥਾ ਹੈ ਨਾ ਸਮਾਧੀ ਦੀ, ਉਹਦਾ ਭਾਵ ਹੈ ਨਿਧਿਆਸਣ। ਕਹਿੰਦੇ ਇਸ ਪ੍ਰਕਾਰ ਇਸ ਦਾ ਨਿਧਿਆਸਣ ਕਰਨਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਸਾਰ ਸੰਗਤ ਜੀ 5 ਪ੍ਰਵਾਨ ਦੀ ਅੱਖੀ ਪੌੜੀ ਦੇ ਵਿੱਚ ਅਖੀਰ ਦੇ ਵਿੱਚ ਆਉਂਦਾ, ਤੂੰ ਸਦਾ ਸਲਾਮਤ ਨਿਰੰਕਾਰ। हे ਪਰਮੇਸ਼ਰ ਅਕਾਲ ਪੁਰਖ ਜੀ, ਤੁਸੀਂ ਸਦਾ ਸਲਾਮਤ ਹੋ। ਤੇ ਗੁਰੂ ਪਾਤਸ਼ਾਹ ਮਹਾਰਾਜ ਇਹ ਪੌੜੀ ਅੱਗੇ ਖੋਲਦੇ ਹਨ। ਇਹ ਤੁਕ ਤਤ ਤੁਮ ਅਸੀਂ ਉਚਾਰ, ਕਹਿੰਦੇ ਇਹ ਜਿਹੜੀ ਤੁਕ ਹੈ ਨਾ, ਇਹ 4 ਵਾਰੀ ਲਿਖੀ ਮਹਾਰਾਜ ਜੀ ਨੇ, ਤੂੰ ਸਦਾ ਸਲਾਮਤ ਨਿਰੰਕਾਰ। ਕਹਿੰਦੇ ਤਤ ਤੁਮ ਅਸੀਂ, ਜੀਵ ਈਸ਼ਵਰ ਔਰ
ਜੋ ਬ੍ਰਹਮ ਦਾ ਭੇਦ ਹੈ ਉਹ ਦਰਸਾਇਆ ਹੈ। ਮਹਾਵਾਕ ਇਹ ਸ਼ਰੁਤ ਮਹਿ ਚਾਰ। ਕਹਿੰਦੇ ਇਹ ਮਹਾਵਾਕ ਹੈ। ਜਿਵੇਂ ਵੇਦਾਂ ਦੇ ਵਿੱਚ 4 ਮਹਾਵਾਕ ਨੇ ਨਾ, 4 ਹੀ ਵੇਦ ਨੇ, ਰਿਗਵੇਦ, ਸਾਮਵੇਦ, ਯਜੁਰਵੇਦ ਔਰ ਅਥਰਵਵੇਦ। ਤੇ ਇਹਨਾਂ 4 ਵੇਦਾਂ ਦੇ ਵਿੱਚ ਇੱਕ ਇੱਕ ਮਹਾਵਾਕ ਹੈ। ਤਤਵੰ ਅਸੀ, ਅਹੰ ਬ੍ਰਹਮਸਮੀ, ਅਯੰ ਆਤਮਾ ਬ੍ਰਹਮ ਔਰ ਪ੍ਰਗਿਆਨਮਾਨੰਦ ਬ੍ਰਹਮ। ਤੇ ਕਹਿੰਦੇ 4 ਮਹਾਵਾਕ ਨੇ। ਇਸੇ ਪ੍ਰਕਾਰ ਗੁਰੂ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ 4 ਪੰਕਤੀਆਂ ਦਰਜ ਕੀਤੀਆਂ ਨੇ 4 ਵਾਰੀ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਕਹਿੰਦੇ ਮਹਾਰਾਜ ਜੀ ਨੇ ਇਹ 4 ਮਹਾਵਾਕ ਇੱਥੇ ਦੱਸੇ ਹਨ। ਤਿਮ ਤੁਕ ਕਹੀ 4 ਹੀ ਬਾਰ। ਜਿਵੇਂ ਵੇਦਾਂ ਦੇ 4 ਮਹਾਵਾਕ ਨੇ, ਇਸੇ ਪ੍ਰਕਾਰ ਇਸ ਤੁਕ ਨੂੰ 4 ਵਾਰੀ ਗੁਰੂ ਮਹਾਰਾਜ ਜੀ ਨੇ ਇਹਦਾ ਉਚਾਰਨ ਕੀਤਾ ਹੈ। ਸ਼ਕਤ ਸ਼ਾਂਤ ਕੀ ਪ੍ਰਥਮ ਉਚਾਰੀ। ਤੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਸ਼ਾਂਤ ਕੀ ਸੁਭਾਅ ਵਰਣਨ ਕੀਤਾ ਹੈ। ਜੋ ਜਿਹੜੀ ਅਗਲੇਰੀ ਪੌੜੀ ਆਂਦੀ ਹੈ ਨਾ, ਅਸੰਖ ਜਪ ਅਸੰਖ ਭਾਵ, ਕਹਿੰਦੇ ਇਸ ਦੇ ਵਿੱਚ ਸ਼ਾਂਤ ਕੀ ਸੁਭਾਅ ਦੀ ਪ੍ਰਕਿਰਤੀ ਗੁਰੂ ਮਹਾਰਾਜ ਜੀ ਨੇ ਦੱਸੀ ਹੈ। ਜੇ ਅਸੰਖ ਕੀ ਪਵਰ ਵਿਚਾਰੀ। ਕਹਿੰਦੇ ਜਿਹੜੀ ਅਸੰਖ ਦੀ ਪੌੜੀ ਆਉਂਦੀ ਹੈ 5 ਪ੍ਰਵਾਨ ਤੋਂ ਬਾਅਦ, ਅਸੰਖ ਜਪ ਅਸੰਖ ਭਾਵ, ਤੇ ਇਸ ਦੇ ਵਿੱਚ ਮਹਾਰਾਜ ਜੀ ਨੇ ਸਤੋਗੁਣੀ ਸੁਭਾਅ ਉਹ ਵਰਣਨ ਕੀਤਾ ਹੈ। ਦੂਜੈ ਬਿਖੈ ਤਾਮਸੀ ਕਹੀ। ਇਸ ਤੋਂ ਬਾਹਰ ਜਿਹੜੀ ਅਗਲੇਰੀ ਪੌੜੀ ਆਉਂਦੀ ਹੈ ਉਹਦੇ ਵਿੱਚ ਤਾਮਸੀ ਬਿਰਤੀ ਦਾ ਜ਼ਿਕਰ ਕੀਤਾ ਮਹਾਰਾਜ ਨੇ। ਜਿਹੜੇ ਤਾਮਸੀ ਬਿਰਤੀ ਦੇ ਪਾਮਰ ਪੁਰਸ਼ ਨੇ ਨਾ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮਖੋਰ, ਜਿਹੜੇ ਚੋਰੀਆਂ ਕਰਦੇ ਨੇ, ਗਲਾ ਵੱਢਦੇ ਨੇ, ਪਾਪ ਕਮਾਉਂਦੇ ਨੇ, ਤੇ ਉਹਨਾਂ ਦਾ ਵਰਣਨ ਮਹਾਰਾਜ ਜੀ ਨੇ ਇਸ ਪੌੜੀ ਦੇ ਵਿੱਚ ਕੀਤਾ, ਜਿਨ੍ਹਾਂ ਦੀ ਤਾਮਸੀ ਬਿਰਤੀ ਪ੍ਰਧਾਨ। ਅੱਜ ਕਲਯੁਗ ਦਾ ਪਹਿਰਾ ਹੈ ਤੇ ਕਲਯੁਗ ਦੇ ਇਸ ਤੱਤੀਆਂ ਹਵਾਵਾਂ ਵਾਲੇ ਯੁੱਗ ਦੇ ਵਿੱਚ ਹਰੇਕ ਦੀ ਬਿਰਤੀ ਉਹ ਤਾਮਸੀ ਹੋ ਚੁੱਕੀ ਹੈ। ਇਹ ਤਾਂ ਜੇ ਪਰਮੇਸ਼ਰ ਹੀ ਬਚਾਵੇ ਤਾਂ ਮਨੁੱਖ ਬਚ ਸਕਦਾ ਹੈ। ਇੱਕ ਦੂਜੇ ਤੋਂ ਅੱਗੇ ਭੱਜਣ ਦੀ ਹੋੜ ਲੱਗੀ ਹੋਈ ਹੈ। ਆਪਣਾ ਉੱਲੂ ਸਿੱਧਾ ਕਰਨਾ, ਦੂਸਰੇ ਦੀ ਨਿੰਦਾ ਕਰਨੀ ਹੈ, ਦੂਸਰੇ ਦਾ ਭਾਵੇਂ ਕੱਖ ਨਾ ਰਹੇ ਤੇ ਆਪਣੇ ਭੜੋਲੇ ਭਰੀ ਜਾਣ। ਇਸ ਪ੍ਰਕਾਰ ਦੀ ਬਿਰਤੀ ਪ੍ਰਧਾਨ ਹੈ। ਤੇ ਗੁਰੂ ਮਹਾਰਾਜ ਜੀ ਨੇ ਇਸ ਪੌੜੀ ਦੇ ਵਿੱਚ ਉਹ ਤਾਮਸੀ ਬਿਰਤੀ ਦਾ ਵਰਣਨ ਕੀਤਾ ਹੈ। ਤ੍ਰਿਤੀ ਬਿਖੈ ਦੁਐ ਮਿਸਰਤ ਲਹੀ। ਫਿਰ ਜਿਹੜੀ ਅਗਲੇਰੀ ਪੌੜੀ ਆ, ਕਹਿੰਦੇ ਉਸ ਪੌੜੀ ਦੇ ਵਿੱਚ ਇਹਨਾਂ ਦੋਵਾਂ ਦਾ ਮਿਸ਼ਰਣ ਕੀਤਾ, ਸਤੋਗੁਣ ਦਾ ਵੀ ਔਰ ਤਮੋਗੁਣ ਦਾ ਵੀ। ਉਹ ਕਿਹੜੀ ਪੌੜੀ ਆ? ਅਸੰਖ ਨਾਵ, ਅਸੰਖ ਥਾਵ, ਅਗੰਮ ਅਗੰਮ, ਅਸੰਖ ਲੋ, ਇਹਨਾਂ ਦੋਵਾਂ ਦਾ ਮਿਸ਼ਰਣ ਕੀਤਾ ਗਿਆ ਹੈ। ਜੀਵ ਈਸ਼ ਇਕਤਾ ਦਿਖਰਾਈ। ਤੇ ਇਸੇ ਪੌੜੀ ਦੇ ਵਿੱਚ ਜੀਵ ਔਰ ਈਸ਼ਵਰ ਤਤਵੰ ਇਹਦਾ ਮਿਸ਼ਰਣ ਕਰਕੇ ਮਹਾਰਾਜ ਨੇ ਇਹਦੀ ਇਕਸਾਰਤਾ ਸਤਿਗੁਰਾਂ ਨੇ ਦਰਸਾ ਦਿੱਤੀ ਹੈ। ਸੱਚ ਦਾ ਆਨੰਦ ਦੋਹਨ ਸਮ ਪਾਈ। ਤੇ ਦਰਸਾਇਆ ਹੈ ਕਿ ਸੱਚ ਚਿਤ ਆਨੰਦ ਸਵਰੂਪ ਉਹ ਪਰਮੇਸ਼ਰ ਉਹ ਸਰਬ ਦੇ ਵਿੱਚ ਵਿਰਾਜਮਾਨ ਹੈ। ਪਰ ਜੀਵ ਭੁੱਲਿਆ ਹੋਇਆ, ਜਦੋਂ ਉਹਨੂੰ ਮਾਇਆ ਦੇ ਭੇਦ ਕਰਕੇ ਨਾ ਉਹ ਭੁੱਲ ਜਾਂਦਾ ਹੈ ਆਪਣੇ ਨਿਜ ਸਰੂਪ ਨੂੰ। ਪਰ ਕਹਿੰਦੇ ਹੈ ਉਹਦੇ ਵਿੱਚ ਵੀ ਉਹ ਚੇਤਨ ਸੱਤਾ ਕੰਮ ਕਰਦੀ ਹੈ। ਇਤਿਆਦਿਕ ਸਭ ਅਰਥ ਸੁਨਾਏ। ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਕਰਮਚੰਦ ਨੂੰ ਜਪਜੀ ਸਾਹਿਬ ਦੇ ਅਰਥ ਇਹ ਕਰਕੇ ਦੱਸੇ ਹਨ। ਸੁਨ ਸਿੱਖ ਸਗਰੇ ਮਨ ਵਸਾਏ। ਸਾਰੀ ਸੰਗਤ ਬੈਠੀ ਹੈ, ਭਾਈ ਕਰਮਚੰਦ, ਭਾਈ ਜੋਧ ਵਰਗੇ ਸਾਰੇ ਮਹਾਰਾਜ ਜੀ ਦੇ ਇਸ ਵਿਚਾਰ ਨੂੰ ਸੁਣਦੇ ਹਨ। ਜਪ ਜੀ ਅਰਥ ਹੈ ਅਤ ਗੂੜੇ। ਮਹਾਰਾਜ ਕਹਿੰਦੇ ਭਾਈ ਜਪਜੀ ਸਾਹਿਬ ਦੇ ਅਰਥ ਬੜੇ ਗੂੜੇ ਨੇ, ਬੜੇ ਡੂੰਘੇ ਅਰਥ ਨੇ ਜਪਜੀ ਸਾਹਿਬ ਦੇ। ਸ਼੍ਰੀ ਨਾਨਕ ਬਾਣੀ ਸਭ ਰੂੜੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਇੱਕ ਅਰਥ ਹੋ ਹੀ ਨਹੀਂ ਸਕਦਾ। ਇਹ ਪਰੇ ਤੋਂ ਪਰੇ ਹੈ। ਆਪਾਂ ਦਾਅਵਾ ਨਹੀਂ ਕਰ ਸਕਦੇ, ਮੋਹਰ ਨਹੀਂ ਲਾ ਸਕਦੇ ਵੀ ਇਸ ਬਾਣੀ ਦੀ ਪੰਕਤੀ ਦਾ ਇਹੀ ਅਰਥ ਹੈ। ਪ੍ਰਕਰਮਾਂ ਦੇ ਵਿੱਚ ਜਦੋਂ ਸੰਥਿਆ ਕਰਿਆ ਕਰਦੇ ਨਾ, ਉਸ ਵੇਲੇ ਦੱਸਿਆ ਕਰਦੇ, ਕਹਿੰਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਉਹ ਦੱਸਦੇ ਆਸਣ ਲੋਏ ਲੋਏ ਭੰਡਾਰ। ਕਹਿੰਦੇ ਉਹਨਾਂ ਨੇ ਚਾਰਾਂ ਦੇ ਉੱਤੇ ਵਿਸ਼ਰਾਮ ਲਾ ਕੇ ਅਰਥ ਕੀਤੇ। ਆਸਣ ਲੋਏ ਲੋਏ ਭੰਡਾਰ, ਆਸਣ ਲੋਏ ਲੋਏ ਭੰਡਾਰ, ਤੇ ਇਦਾਂ ਚਾਰਾਂ ਦੇ ਉੱਤੇ ਵਿਸ਼ਰਾਮ ਲਾ ਕੇ ਅਰਥ ਕਰ ਦਿੱਤੇ। ਅਸੀਂ ਇਹ ਦਾਅਵਾ ਕਰ ਹੀ ਨਹੀਂ ਸਕਦੇ
ਕਿ ਬਾਣੀ ਦਾ ਇਹੀ ਅਰਥ ਹੋ ਸਕਦਾ ਹੈ। ਜਿਸ ਤੇ ਪਰੈ ਕਹਿਨ ਕੁਛ ਨਾਹੀ। ਕਹਿੰਦੇ ਇਸ ਤੋਂ ਪਰੇ ਕਹਿਣ ਨੂੰ ਹੋਰ ਕੁਝ ਵੀ ਨਹੀਂ ਹੈ। ਕੀ ਕਹਾਂਗੇ? ਜਪਜੀ ਸਾਹਿਬ ਤੋਂ ਪਰੇ ਕੁਝ ਵੀ ਨਹੀਂ ਹੈ। ਕਹੈ ਪਰੈ ਸੋ ਜਾਣਹਿ ਨਾਹੀ। ਜਿਹੜਾ ਕਹਿੰਦਾ ਮਾਨੋ ਉਹਨੇ ਜਾਣਿਆ ਹੀ ਨਹੀਂ, ਕੁਝ ਨਹੀਂ ਜਾਣ ਸਕਦੇ ਜਪਜੀ ਸਾਹਿਬ ਦੇ ਅਰਥਾਂ ਦੀ ਵਿਚਾਰ। ਸਾਰੀ ਜ਼ਿੰਦਗੀ ਲੱਗੇ ਰਹੀਏ, ਕਈ ਜਨਮ ਵੀ ਲੈ ਲਈਏ, ਤਾਂ ਵੀ ਮਹਾਰਾਜ ਜੀ ਦੇ ਜਪ ਜੀ ਦੀ ਇੱਕ ਪੰਕਤੀ ਦਾ ਵੀ ਅਰਥ ਅਸੀਂ ਪੂਰਨ ਤੌਰ ਦੇ ਉੱਤੇ ਨਹੀਂ ਕਰ ਸਕਦੇ। ਜੋਗ ਜਨਾਵਨ ਸਕਲ ਜਨਾਇਓ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਯਥਾ ਯੋਗ ਜਿਤਨੀ ਕੁ ਸੁਣਨ ਵਾਲਿਆਂ ਦੀ ਮਤ ਹੈ, ਗੁਰੂ ਮਹਾਰਾਜ ਜੀ ਨੇ ਉਸ ਪ੍ਰਕਾਰ ਦੇ ਨਾਲ ਅਰਥ ਕੀਤੇ ਹਨ। ਸਭ ਸਿੱਖਿਅਨ ਕੋ ਪੰਥ ਬਤਾਇਓ। ਸਾਰੇ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਇਹ ਨਿਸ਼ਚਲ ਪੰਥ, ਸਤਿਗੁਰੂ ਮਹਾਰਾਜ ਜੀ ਨੇ ਇਹ ਗੁਰਮਤ ਦਾ ਰਸਤਾ, ਇਹ ਮਾਰਗ ਦ੍ਰਿੜ ਕਰਵਾਇਆ ਹੈ। ਬਚਨ ਮਾਨ ਜਿਨ ਪਾਇਓ ਗਿਆਨ। ਜਿਹੜੇ ਇਸ ਮਾਰਗ ਦੇ ਉੱਤੇ ਚੱਲੇ ਨੇ, ਸਤਿਗੁਰਾਂ ਦਾ ਬਚਨ ਮੰਨ ਕੇ ਜਿਨ੍ਹਾਂ ਨੇ ਗਿਆਨ ਨੂੰ ਪ੍ਰਾਪਤ ਕੀਤਾ, ਕਿਉਂਕਿ ਹਰੇਕ ਕੋਈ ਚੱਲ ਨਹੀਂ ਨਾ ਸਕਦਾ ਇਸ ਮਾਰਗ ਦੇ ਉੱਤੇ। ਮਾ ਮੇਰ ਤੇਰ ਵਿਵਰਜਿਤ, ਮਹਾਰਾਜ ਕਹਿੰਦੇ ਇਹ ਜਿਹੜਾ ਮਾਰਗ ਹੈ ਨਾ, ਇਹ ਖੰਡੇ ਧਾਰ ਦਾ ਮਾਰਗ ਹੈ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਖੰਡੇ ਦੀ ਧਾਰ ਤੇ ਚੱਲਣ ਦੇ ਬਰਾਬਰ ਹੈ। ਵਾਲ ਨਾਲੋਂ ਵੀ ਬਰੀਕ ਮਾਰਗ ਹੈ ਗੁਰਸਿੱਖੀ ਦਾ। ਕਿਤੇ ਥੋੜਾ ਜਿਹਾ ਤਿੜਕੇ ਤੇ ਟੁੱਟ ਕੇ ਗੁਰੂ ਕਾ ਸਿੱਖ ਪਤਾ ਨਹੀਂ ਕਿੱਥੇ ਜਾ ਡਿੱਗਦਾ ਹੈ, ਫਿਰ ਦੁਬਾਰ ਤੋਂ ਸ਼ੁਰੂ ਕਰਨੀ ਪੈਂਦੀ ਸਾਰੀ ਭਗਤੀ। ਇਸ ਕਰਕੇ ਮਾਰਗ ਬੜਾ ਬਰੀਕ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੇ ਮਾਰਗ ਪੰਡਿਤ ਗਏ ਪਾਛਾ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹਿਓ ਕਬੀਰ। ਇਹ ਔਖੀ ਘਾਟੀ ਆ। ਕਿਤਨਾ ਪ੍ਰਚਾਰ ਹੁੰਦਾ, ਭਾਈ ਅੰਮ੍ਰਿਤ ਛਕ ਲੋ, ਕਿਤਨਾ ਕਿਹਾ ਜਾਂਦਾ, ਪਰ ਸਾਰੇ ਕਿਉਂ ਨਹੀਂ ਗੁਰੂ ਵਾਲੇ ਬਣਦੇ? ਕਿਉਂਕਿ ਇਹ ਮਾਰਗ ਦੇ ਉੱਤੇ ਕੋਈ ਗੁਰੂ ਦਾ ਵਿਰਲਾ ਪਿਆਰਾ ਹੀ ਚੱਲ ਸਕਦਾ। ਜਿਹੜਾ ਸੂਰਮਾ ਹੋਵੇ ਨਾ, ਉਹੀ ਇਸ ਮਾਰਗ ਦੇ ਉੱਤੇ ਚੱਲ ਸਕਦਾ ਹੈ। ਕੋਟ ਜਨਮ ਕੇ ਬੰਧਨ ਹਾਨ। ਤੇ ਜਿਹੜਾ ਗੁਰੂ ਦੇ ਪੰਥ ਦੇ ਉੱਤੇ ਚੱਲ ਕੇ ਸਤਿਗੁਰਾਂ ਦੀ ਸਿੱਖਿਆ ਨੂੰ ਅਖਤਿਆਰ ਕਰਕੇ ਗਿਆਨ ਲੈ ਲੈਂਦਾ, ਤੇ ਉਸ ਦੇ ਕਰੋੜਾਂ ਜਿਹੜੇ ਪਾਪ ਨੇ ਉਹ ਖਤਮ ਹੋ ਜਾਂਦੇ ਨੇ। ਮੱਜਤ ਜਪ ਜੀ ਪੜ ਜੁਤ ਨੇਮ। ਕਹਿੰਦੇ ਭਾਈ ਮੱਜਨ ਕਰਕੇ, ਮੱਜਨ ਤੋਂ ਭਾਵ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨੇਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇਸ ਪ੍ਰਕਾਰ ਨੇਮ ਦੇ ਨਾਲ ਜਪਜੀ ਪੜਨੀ ਹੈ। ਸ਼੍ਰੀ ਨਾਨਕ ਧਰ ਧਿਆਨ ਸੋ ਪ੍ਰੇਮ। ਤੇ ਜਪਜੀ ਸਾਹਿਬ ਪੜਦੇ ਆ ਧਿਆਨ ਲਾਉਣਾ ਗੁਰੂ ਨਾਨਕ ਮਹਾਰਾਜ ਜੀ ਦਾ, ਕਿਉਂਕਿ ਜਿਹੜੀ ਇਹ ਬਾਣੀ ਹੈ ਨਾ, ਇਹ ਮੇਰੇ ਗੁਰੂ ਬਾਬੇ ਦੇ ਮੁਖ ਦੇ ਵਿੱਚੋਂ ਨਿਕਲੀ ਆ। ਇਸ ਕਰਕੇ ਗੁਰੂ ਨਾਨਕ ਮਹਾਰਾਜ ਦਾ ਧਿਆਨ ਧਾਰਨ ਕਰਕੇ ਇਹ ਬਾਣੀ ਪੜਨੀ ਹੈ। ਤਿਲ ਕੋ ਗਹਿ ਨਾ ਜਮ ਦੁਖ ਦਾਈ। ਤੇ ਦੱਸਦੇ ਨੇ ਮਹਾਤਮ, ਜਿਹੜਾ ਜਪਜੀ ਦੀ ਬਾਣੀ ਪੜਦਾ ਫਿਰ ਜਿਹੜੇ ਜਮਦੂਤ ਨੇ ਉਹਨਾਂ ਨੂੰ ਦੁੱਖ ਨਹੀਂ ਦਿੰਦੇ। ਅੰਤ ਸਮੈ ਗੁਰ ਬਨ ਹੈ ਸਹਾਈ। ਅੰਤ ਕਾਲ ਵੇਲੇ ਗੁਰੂ ਮਹਾਰਾਜ ਉਸ ਦੇ ਸਹਾਈ ਹੁੰਦੇ ਹਨ। ਸ਼੍ਰੀ ਗੁਰੂ ਨਾਨਕ ਦੇਸ਼ ਵਿਦੇਸ਼। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਸਾਰੀ ਦੁਨੀਆ ਦਾ ਭ੍ਰਮਣ ਕੀਤਾ ਹੈ। ਫਿਰੇ ਉਧਾਰਤ ਜੀਵ ਵਿਸ਼ੇਸ਼। ਕਿਤਨੇ ਜੀਵਾਂ ਦਾ ਉਧਾਰ ਕੀਤਾ, ਗਿਣਤੀ ਉਹ ਨਹੀਂ ਕਰ ਸਕਦੇ। ਤਾਰੇ ਗਿਨੇ ਜਾਤ, ਤੇਰੇ ਤਾਰੇ ਨਾ ਗਿਨੇ ਤਾਂ ਹੈ। ਤਾਰੇ ਤਾਂ ਗਿਣੇ ਜਾ ਸਕਦੇ, ਪਰ ਗੁਰੂ ਮਹਾਰਾਜ ਜੀ ਜਿਨ੍ਹਾਂ ਨੂੰ ਤੁਸੀਂ ਤਾਰ ਦਿੱਤਾ ਨਾ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਨੂਰ ਸ਼ਾਹ ਜਾਦੂਗਰਨੀ ਵਰਗੇ, ਵਲੀ ਕੰਧਾਰੀ ਵਰਗੇ, ਸੱਜਣ ਵਰਗੇ, ਕੋਡੇ ਰਾਕਸ਼ ਵਰਗੇ, ਕਿਤਨਾ ਦਾ ਉਧਾਰ ਗੁਰੂ ਮਹਾਰਾਜ ਜੀ ਨੇ ਕੀਤਾ ਹੈ। ਜੇਠੇ ਆਦ ਸੁਨੀ ਗੁਰ ਪਾਸ। ਭਾਈ ਜੇਠੇ ਆਦਿਕ ਕਰਮਚੰਦ ਵਰਗ ਗੁਰਸਿੱਖਾਂ ਨੇ, ਉਹਨਾਂ ਨੇ ਜਦੋਂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਿਆ, ਆਪਨ ਮਨੋਰਥ ਕੀਨ ਪ੍ਰਕਾਸ਼। ਫਿਰ ਆਪਣੇ ਮਨ ਦਾ ਮਨੋਰਥ ਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ ਹਨ। ਜਨਮੇ ਸ਼੍ਰੀ ਨਾਨਕ ਜਗਤੇਸ਼। ਕਹਿਣ ਲੱਗੇ, ਹੈ ਸਤਿਗੁਰੂ ਜੀ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜਿੱਧਰ ਪ੍ਰਕਾਸ਼ ਹੋਇਆ ਹੈ, ਸੋ ਇਤ ਹੀ ਦਿਸ਼ ਹੈ ਸ਼ੁਭ ਦੇਸ਼। ਮਹਾਰਾਜ ਉਹ ਧਰਤੀ, ਉਹ ਟਿਕਾਣਾ ਇੱਥੇ ਲੱਗ ਗਈ ਹੈ। ਮਹਾਰਾਜ ਜੀ ਉਹ ਧਰਤੀ ਇੱਥੇ ਲੱਗ ਗਈ ਪੈਂਦੀ ਹੈ, ਰਾਏ ਭੋਇੰ ਦੀ ਤਲਵੰਡੀ। ਕਿਰਪਾ ਕਰੋ ਤਹ ਦਰਸ ਦਿਖਾਵੋ। ਸੰਗਤ ਕਹਿੰਦੀ, ਮਹਾਰਾਜ ਤੁਸੀਂ ਕਿਰਪਾ ਕਰੋ, ਸਾਨੂੰ ਵੀ ਉਸ ਪਾਵਨ ਸਥਾਨ ਦੇ ਦਰਸ਼ਨ ਕਰਾ ਦਿਓ।
ਜਿੱਥੇ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ। ਚਲਤ ਪੰਥ ਤਿਤ ਔਰ ਸਿਧਾਵਹੁ। ਫਿਰ ਮਹਾਰਾਜ ਆਪ ਜੀ ਉਸ ਥਾਂ ਤੋਂ ਅੱਗੇ ਨੂੰ ਜਿੱਧਰ ਮਰਜੀ ਪ੍ਰਸਥਾਨਾ ਕਰ ਜਾਣਾ। ਸ੍ਰੀ ਹਰਿ ਗੋਬਿੰਦ ਸੁਨ ਕਰ ਭਾਖਾ। ਇਹ ਸੁਣ ਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਬੋਲੇ, ਹਮਰੀ ਭੀ ਅੰਸੇ ਐਸੇ ਅਬਿਲਾਖਾ। ਮਹਾਰਾਜ ਕਹਿੰਦੇ ਸੰਗਤ ਜੀ ਹਾਂ ਸਾਡੀ ਵੀ ਇਹੀ ਅਭਿਲਾਸ਼ਾ ਹੈ ਕਿ ਅਸੀਂ ਨੇੜੇ ਆਏ ਹੋਏ ਆ ਤੇ ਹੁਣ ਗੁਰੂ ਨਾਨਕ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰਦੇ ਚਾਹੀਏ। ਅਬ ਦਰਸ਼ਨ ਕਰਤੇ ਤਹ ਚਲੈ। ਤੇ ਹੁਣ ਜ਼ਰੂਰ ਹੀ ਉਧਰ ਨੂੰ ਦਰਸ਼ਨ ਕਰਾਂਗੇ ਜਾ ਕੇ। ਵਰਤ ਨਿਮਾਨੀ ਕੇ ਨਰ ਮਿਲੈ। ਕਹਿੰਦੇ ਨਿਮਾਣੀ ਇਕਾਦਸ਼ੀ ਦਾ ਵਰਤ ਜਦੋਂ ਹੋਵੇਗਾ ਨਾ, ਜਦੋਂ ਇਕਾਦਸ਼ੀ ਦਾ ਮੇਲਾ ਲੱਗੇਗਾ ਉਧਰ ਰਾਏ ਭੋਇੰ ਦੀ ਤਲਵੰਡੀ, ਉਸ ਦਿਨ ਆਪਾਂ ਜਾਵਾਂਗੇ। ਤਿਸ ਦਿਨ ਹਮ ਭੀ ਪਹੁੰਚੈ ਜਾਈ। ਬਿਲਕੁਲ ਉਸੇ ਦਿਨ ਅਸੀਂ ਸੰਗਤਾਂ ਨੂੰ ਦਰਸ਼ਨ ਦੇਣ ਪਹੁੰਚਾਂਗੇ। ਇਮ ਕਹਿ ਸਤਿਗੁਰ ਨਿਸਾ ਬਿਤਾਈ। ਕਹਿ ਕੇ ਗੁਰੂ ਮਹਾਰਾਜ ਜੀ ਨੇ ਰਾਤ ਬਤੀਤ ਕੀਤੀ ਹੈ। ਰਾਤ ਭਈ ਆਰੋਹੇ ਤੁਰੰਗ। ਅੰਮ੍ਰਿਤ ਵੇਲਾ ਹੋਇਆ, ਸਵੇਰ ਹੋਈ, ਗੁਰੂ ਪਾਤਸ਼ਾਹ ਮਹਾਰਾਜ ਬਲੀ ਘੋੜੇ ਦੇ ਉੱਤੇ ਅਸਵਾਰ ਹੋਏ ਹਨ। ਗਮਲੇ ਪੰਥ ਸੈਨ ਕੁਸ਼ ਸੰਗ। ਗੁਰੂ ਮਹਾਰਾਜ ਦੇ ਨਾਲ ਕੁਝ ਕੁ ਸੂਰਮੇ ਨੇ, ਯੋਧੇ ਅਸਵਾਰ ਨੇ, ਉਹਨਾਂ ਨਾਲ ਪਾਤਸ਼ਾਹ ਮਹਾਰਾਜ ਜੀ ਸੈਲ ਕਰਕੇ ਉਹਨਾਂ ਘੋੜਿਆਂ ਦੇ ਉੱਪਰ ਅਸਵਾਰੀ ਕਰਕੇ ਮਹਾਰਾਜ ਜੀ ਚੱਲੇ ਹਨ। ਕਰਮ ਚੰਦ ਤਬ ਆਏ ਅਗਾਰੀ। ਭਾਈ ਕਰਮ ਚੰਦ ਜਿਨੇ ਜਪਜੀ ਸਾਹਿਬ ਦੇ ਅਰਥਾਂ ਦੀ ਬੇਨਤੀ ਕੀਤੀ, ਭਾਈ ਕਰਮਚੰਦ ਹੱਥ ਜੋੜ ਕੇ ਅੱਗੇ ਆਇਆ। ਚਲੋ ਸੰਗ ਮੈਂ ਗਿਰਾਇ ਉਚਾਰੀ। ਕਹਿਣ ਲੱਗਾ ਮਹਾਰਾਜ ਮੈਂ ਵੀ ਨਾਲ ਚੱਲਾਂ। ਸਤਿਗੁਰੂ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਨੂੰ ਵੀ ਨਾਲ ਲੈ ਚੱਲੋ। ਕਹਿਓ ਗੁਰੂ ਰਚ ਇਹਾਂ ਸਥਾਨ। ਮਹਾਰਾਜ ਕਹਿਣ ਲੱਗੇ ਕਰਮਚੰਦ ਤੁਸੀਂ ਇੱਥੇ ਰਹੋ, ਤੁਸੀਂ ਇੱਥੇ ਬੈਠ ਕੇ ਧਰਮਸ਼ਾਲਾ ਦੀ ਉਸਾਰੀ ਕਰਵਾਵੋ। ਆਏ ਸਿੱਖ ਕਰ ਸੇਵ ਮਹਾਨ। ਤੇ ਜਿਹੜਾ ਵੀ ਕੋਈ ਗੁਰਸਿੱਖ ਇੱਥੇ ਆਵੇ ਲੰਗਰ ਪ੍ਰਸ਼ਾਦੇ ਦੇ ਨਾਲ ਤੁਸੀਂ ਉਸ ਦੀ ਸੇਵਾ ਕਰੋ। ਜਿਮ ਹਮ ਸੰਗ ਰਹੇ ਫਲ ਪਾਵੇ। ਸਾਡੇ ਨਾਲ ਰਹਿਣ ਦਾ ਜਿਹੜਾ ਵੀ ਫਲ ਹੈ, ਜਿੰਨਾ ਵੀ ਮਹਾਤਮ ਸਾਡੇ ਨਾਲ ਰਹਿਣ ਦਾ ਹੈ, ਤਥਾ ਸਥਾਨ ਸੇਵਤੇ ਭਾਵੈ। ਉਹ ਸਾਰਾ ਮਹਾਤਮ, ਸਾਰਾ ਫਲ ਅਸੀਂ ਤੁਹਾਨੂੰ ਇੱਥੇ ਬੈਠੇ ਹੀ ਪ੍ਰਦਾਨ ਕਰ ਦਵਾਂਗੇ। ਤੁਸੀਂ ਇੱਥੇ ਬੈਠੋ, ਧਰਮਸਾਲ ਬਣਾਵੋ ਤੇ ਸੇਵਾ ਕਰੋ, ਤੇ ਇੱਥੇ ਬੈਠਿਆਂ ਨੂੰ ਅਸੀਂ ਤੁਹਾਨੂੰ ਸਾਡੇ ਨਾਲ ਜਾਣ ਦਾ ਮਹਾਤਮ ਦੇ ਦਵਾਂਗੇ। ਇਮ ਦੈ ਧੀਰਜ ਚੱਲੇ ਅਗਾਰੀ। ਇਵੇਂ ਕਰਮਚੰਦ ਨੂੰ ਉੱਥੇ ਹੀ ਧੀਰਜ ਦੇ ਕੇ ਸਥਾਪਨ ਕਰਾ ਦਿੱਤਾ ਮਹਾਰਾਜ ਜੀ ਨੇ, ਤੇ ਸਤਿਗੁਰੂ ਮਹਾਰਾਜ ਜੀ ਅੱਗੇ ਚੱਲੇ ਹਨ। ਬਾਹਰ ਦੇਸ਼ ਜਿਸ ਦਿਸ਼ਾ ਮਝਾਰੀ। ਬਾਹਰ ਦੇਸ਼ ਦੀ ਧਰਤੀ ਤੇ ਮਹਾਰਾਜ ਆਏ, ਜਿੱਧਰ ਗੁਰੂ ਨਾਨਕ ਮਹਾਰਾਜ ਜੀ ਦੇ ਅਸਥਾਨ ਨੇ ਉਧਰ ਸਤਿਗੁਰਾਂ ਜੀ ਆ ਰਹੇ ਹਨ। ਪੰਥ ਉਲੰਘਤ ਪਹੁੰਚੇ ਜਾਈ। ਹੌਲੀ ਹੌਲੀ ਪੈਂਡਾ ਲੰਘਦੇ ਮਹਾਰਾਜ ਜੀ ਸੰਦਲਬਾਰ ਦੇ ਇਲਾਕੇ ਵੱਲ ਆ ਰਹੇ ਹਨ। ਤਲਵੰਡੀ ਨਗਰੀ ਜਿਸ ਤਾਈ। ਕਿੱਥੇ ਆਏ ਮਹਾਰਾਜ? ਰਾਏ ਭੋਇੰ ਦੀ ਤਲਵੰਡੀ। ਸਾਧ ਸੰਗਤ ਜੀ ਤਲਵੰਡੀ ਤੋਂ ਲੈ ਕੇ ਤਲਵੰਡੀ ਤੱਕ ਦਾ ਸਫ਼ਰ ਨਾ ਬੜਾ ਬਾ ਕਮਾਲ ਹੈ। ਰਾਏ ਭੋਇੰ ਦੀ ਤਲਵੰਡੀ ਤੋਂ ਲੈ ਕੇ ਸਾਬੋ ਕੀ ਤਲਵੰਡੀ ਤੱਕ ਇਹ 10 ਪਾਤਸ਼ਾਹੀਆਂ ਦਾ ਨਾ ਜਿਹੜਾ ਜੀਵਨ ਇਤਿਹਾਸ ਹੈ ਇਹ ਬਾ ਕਮਾਲ ਹੀ ਹੈ। ਕਹਿੰਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਰਾਏ ਭੋਇੰ ਦੀ ਤਲਵੰਡੀ ਆਏ ਹਨ। ਸ਼੍ਰੀ ਨਾਨਕ ਸਰ ਪਰ ਕਰ ਡੇਰਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਦਾ ਲਗਵਾਇਆ ਉੱਥੇ ਇੱਕ ਸਰੋਵਰ ਵੀ ਹੈ। ਉੱਥੇ 6ਵੇਂ ਪਾਤਸ਼ਾਹ ਮਹਾਰਾਜ ਜੀ ਆਣ ਕੇ ਬਰਾਜੇ ਨੇ। ਸਾਖੀ ਦੇ ਵਿੱਚ ਬਚਨ ਆਉਂਦਾ ਹੈ ਕਿ ਰਾਏ ਬੁਲਾਰ ਨੂੰ ਕਹਿ ਕੇ ਨਾ ਗੁਰੂ ਨਾਨਕ ਮਹਾਰਾਜ ਜੀ ਨੇ ਉੱਥੇ ਸਰੋਵਰ ਬਣਵਾਇਆ। ਹੁਣ ਵੀ ਉਹ ਸਰੋਵਰ ਉੱਥੇ ਬਣਿਆ ਹੋਇਆ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਉਸ ਸਰੋਵਰ ਦੇ ਕੰਢੇ ਆਣ ਕੇ ਬਰਾਜੇ ਹਨ। ਕੀਨ ਇਸ਼ਨਾਨ ਬਿਮਲ ਜਲ ਹੇਰਾ। ਉਸ ਸਰੋਵਰ ਦੇ ਨਿਰਮਲ ਜਲ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਨੇ ਇਸ਼ਨਾਨ ਪਾਨ ਕੀਤਾ ਹੈ। ਬਹੁਤ ਮੋਲ ਕੀ ਪੋਸ਼ਿਸ਼ ਨਹੀਂ। ਇਸ਼ਨਾਨ ਕਰਕੇ ਬੜੇ ਮਹਿੰਗੇ ਬਸਤਰ ਗੁਰੂ ਮਹਾਰਾਜ ਜੀ ਨੇ ਧਾਰਨ ਕੀਤੇ ਹਨ। ਪਹਿਰੀ ਤਨ ਸ਼ੋਭਾ ਅਤ ਭਈ। ਮਹਾਰਾਜ ਦਾ ਸਰੀਰ ਬੜਾ ਬਲਵਾਨ ਹੈ, ਢੀਲ ਡੋਲ ਬੜੀ ਵੱਡੀ, ਤੇ ਨਵੇਂ ਬਸਤਰ ਮਹਾਰਾਜ ਜੀ ਨੇ ਪਹਿਨੇ ਨੇ, ਬੜੇ ਸੁੰਦਰ ਲੱਗ ਰਹੇ ਹਨ। ਸੂਖਮ ਬਹੁ ਪਾਲੇ ਕੋ ਜਾਮਾ। ਕਹਿੰਦੇ ਜਿਹੜਾ ਜਾਮਾ, ਜਿਹੜਾ ਬਾਣਾ ਮਹਾਰਾਜ ਜੀ ਨੇ ਧਾਰਨ ਕੀਤਾ ਨਾ, ਬੜੇ ਬਰੀਕ ਧਾਗੇ ਦਾ ਬਣਿਆ, ਬੜਾ ਮਹੀਨ ਜਿਹਾ ਕੱਪੜਾ ਹੈ, ਤੇ ਉਹ ਪੋਸ਼ਿਸ਼, ਉਹ ਜਾਮਾ ਗੁਰੂ ਮਹਾਰਾਜ ਜੀ ਨੇ ਧਾਰਨ ਕੀਤਾ ਹੋਇਆ ਹੈ। ਕਲਗੀ ਜਿਗਾ ਸੀਸ ਅਭਿਰਾਮਾ। ਦਮਾਲਾ ਸਜਾਇਆ ਮਹਾਰਾਜ ਜੀ ਨੇ,
ਉਸ ਦਮਾਲੇ ਦੇ ਉੱਪਰ ਜਿਗਾ ਸਜਾਈ, ਫਿਰ ਕਲਗੀ ਸਜਾਈ ਜਿਹੜੀ ਝੂਲਦੀ ਹੈ। ਸ਼ਮਸ਼ ਸ਼ਿਆਮ ਦੀਰਗ ਮੁਖ ਮੰਡਲ। ਮਹਾਰਾਜ ਜੀ ਦੀ ਸ਼ਮਸ਼, ਸ਼ਮਸ਼ ਕਹਿੰਦੇ ਨੇ ਦਾੜੇ ਨੂੰ, ਸਤਿਗੁਰਾਂ ਦਾ ਕਾਲਾ ਦਾੜਾ ਹੈ ਤੇ ਬੜਾ ਵੱਡਾ ਹੈ। ਮੁਕਤਾ ਮਾਲ ਕਰਨ ਕਲ ਕੁੰਡਲ। ਮੁਖ ਮੰਡਲ ਦੇ ਉੱਪਰ ਕਾਲਾ ਦਾੜਾ ਸ਼ੋਭਾ ਪਾ ਰਿਹਾ, ਵੱਡੀਆਂ ਵੱਡੀਆਂ ਅੱਖਾਂ ਮਹਾਰਾਜ ਜੀ ਦੀਆਂ ਨੇਤਰ ਨੇ, ਤੇ ਸਤਿਗੁਰਾਂ ਦੇ ਗਲੇ ਦੇ ਵਿੱਚ ਸੁੱਚੇ ਮੋਤੀਆਂ ਦੀ ਮਾਲਾ ਹੈ। ਸੁੱਚੇ ਮੋਤੀਆਂ ਦੀ ਮਾਲਾ ਮਹਾਰਾਜ ਜੀ ਨੇ ਆਪਣੇ ਕੰਠ ਵਿੱਚ ਧਾਰਨ ਕੀਤੀ ਹੈ। ਸਹਿਤ ਸਿਪਰ ਸ਼ੋਭਤ ਸ਼ਮਸ਼ੇਰ। ਫਿਰ ਮਹਾਰਾਜ ਜੀ ਦਾ ਜੰਗੀ ਸਰੂਪ ਵਰਣਨ ਕਰਦੇ, ਕਹਿੰਦੇ ਮੋਢਿਆਂ ਦੇ ਉੱਤੇ, ਪਿੱਠ ਦੇ ਉੱਤੇ ਨਾ ਢਾਲਾ ਬੰਨਿਆ ਹੋਇਆ ਮਹਾਰਾਜ ਨੇ, ਸਿਪਰ, ਸਿਪਰ ਕਹਿੰਦੇ ਢਾਲੇ ਨੂੰ, ਢਾਲ ਪਾਈ ਹੋਈ ਹੈ, ਤੇ ਫਿਰ ਲੱਕ ਦੇ ਵਿੱਚ ਗੁਰੂ ਮਹਾਰਾਜ ਨੇ ਸ਼ਮਸ਼ੀਰ ਸਜਾਈ ਹੈ। ਕਸੀ ਕਮਰ ਪੌਰਖ ਸਮਸ਼ੇਰ। ਫਿਰ ਕਮਰ ਕਸਾ ਕੀਤਾ ਹੋਇਆ ਮਹਾਰਾਜ ਜੀ ਨੇ। ਰਹਿਤਨਾਮਿਆਂ ਦੇ ਵੀ ਬਚਨ ਨੇ ਨਾ, ਜਬ ਹਮਰੇ ਦਰਸ਼ਨ ਕੋ ਆਵੋ, ਮਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਜਦੋਂ ਸਾਡੇ ਕੋਲ ਆਉਣਾ ਸ਼ਸਤਰ ਸਜਾ ਕੇ ਆਉਣਾ, ਤੇ ਬਿਲਕੁਲ ਉਸੇ ਰੀਤ ਦੇ ਨਾਲ ਗੁਰੂ ਮਹਾਰਾਜ ਜੀ ਤੇ ਆਪਣੇ ਸਰੀਰ ਦੇ ਉੱਤੇ ਢਾਲਾ ਸਜਾਉਂਦੇ ਤੇ ਗਾਤਰੇ ਮਾਰ ਜੀ ਸ਼ਮਸ਼ੀਰ ਧਾਰਨ ਕਰਦੇ ਹਨ। ਗਰਭ ਪ੍ਰਸਾਦ ਬਹੁਤ ਉਚਵਾਏ। ਗੁਰੂ ਮਹਾਰਾਜ ਜੀ ਨੇ ਮਾਇਆ, ਪ੍ਰਸ਼ਾਦ, ਮੇਵੇ ਆਦਿਕ ਉਹ ਆਪਣੇ ਸਿੱਖਾਂ ਸੇਵਾਦਾਰਾਂ ਤੋਂ ਚੁਕਵਾਏ ਹਨ। ਫਲ ਕਸ਼ਮੀਰ ਦੇਸ਼ ਕੇ ਲਿਆਏ। ਜਿਹੜੇ ਕਸ਼ਮੀਰ ਦੇਸ਼ ਦੇ ਫਲ ਨੇ ਨਾ, ਕਸ਼ਮੀਰੀ ਸੇਬ, ਨਾਖਾਂ ਔਰ ਅੰਜੀਰ, ਸੁੱਕੇ ਮੇਵੇ, ਨਾਸ਼ਪਤੀਆਂ ਆਦਿਕ, ਇਹ ਵਧੀਆ ਪਕਵਾਨ, ਇਹ ਵਧੀਆ ਜਿਹੜੇ ਫਲ ਨੇ ਉਹ ਚੁਕਵਾਏ ਹਨ। ਪ੍ਰਥਮ ਤਾਲ ਪਰ ਅਰਪਯੁ ਪਾਇਨ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਉਸ ਸਰੋਵਰ ਦੇ ਕੋਲ ਭੇਟਾ ਦਿੱਤੀ ਹੈ। ਪੁਨ ਪਹੁੰਚੇ ਚੱਲ ਕਰ ਤਿਸ ਆਇਨ। ਤੇ ਫਿਰ ਗੁਰੂ ਮਹਾਰਾਜ ਜੀ ਉਸ ਥਾਂ ਦੇ ਉੱਤੇ ਆਏ ਨੇ, ਨਨਕਾਣਾ ਸਾਹਿਬ ਦੇ ਸਥਾਨ ਤੇ, ਜਿੱਥੇ ਗੁਰੂ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ। ਜਾਹਰ ਪੀਰ ਜਗਤ ਗੁਰ ਬਾਬਾ, ਜਿੱਥੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ। ਜਨਮ ਲੀਨ ਸ਼੍ਰੀ ਨਾਨਕ ਜਹਾਂ। ਜਿੱਥੇ ਪਟਵਾਰੀ ਪਿਤਾ ਮਹਿਤਾ ਕਾਲੂ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖ ਤੋਂ ਗੁਰੂ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ। ਭਰ ਅਕੋਰ ਦਰਸ਼ਨ ਕੋ ਲਹਾ। ਤੇ ਉੱਥੇ ਅਕੋਰ ਭੇਟਾ ਅਰਪਣ ਕਰਕੇ ਫਿਰ ਨਮਸਕਾਰ ਕੀਤੀ ਹੈ। ਜਿੱਥੇ ਵੀ ਗੁਰੂ ਘਰ 'ਚ ਜਾਈਏ ਨਾ, ਇਹ ਮਰਿਆਦਾ ਹੈ ਸੰਗਤ ਜੀ ਕਿ ਸਤਿਗੁਰਾਂ ਨੂੰ ਖਾਲੀ ਹੱਥ ਮੱਥਾ ਨਹੀਂ ਟੇਕੀਦਾ। ਕੋਈ ਨਾ ਕੋਈ ਭੇਟਾ, ਸਵਾ ਰੁਪਈਆ ਆਦਿਕ ਉਹ ਜ਼ਰੂਰ ਸਤਿਗੁਰਾਂ ਨੂੰ ਅਰਪਣ ਕਰਨਾ ਚਾਹੀਦਾ ਹੈ। ਉਰ ਕਰ ਧਿਆਨ ਮధుਰ ਫਲ ਧਰੇ। ਉਸ ਤੋਂ ਬਾਅਦ ਜਿਹੜੇ ਆ ਕਸ਼ਮੀਰ ਦੇ ਫਲ ਨੇ, ਮਿੱਠੇ ਸੇਬ ਆਦਿਕ, ਉਹ ਭੇਟਾ ਕੀਤੇ ਹਨ। ਬਿਨਤੀ ਭਲਤ ਬੰਦਨਾ ਕਰੇ। ਫਿਰ ਗੁਰੂ ਨਾਨਕ ਮਹਾਰਾਜ ਜੀ ਨੂੰ ਯਾਦ ਕਰਕੇ ਬੇਨਤੀ ਕੀਤੀ ਹੈ। ਤਹ ਦਰਸ਼ਨ ਕਰ ਆਨ ਸਥਾਨ। ਤੇ ਜਨਮ ਅਸਥਾਨ ਦੇ, ਪ੍ਰਕਾਸ਼ ਅਸਥਾਨ ਦੇ ਦਰਸ਼ਨ ਕਰਕੇ ਗੁਰੂ ਮਹਾਰਾਜ ਜੀ ਬਾਕੀ ਅਸਥਾਨਾਂ ਦੇ ਵੀ ਦਰਸ਼ਨ ਦੀਦਾਰ ਕਰਦੇ ਨੇ। ਚੱਲੇ ਬਤਾਵਤ ਗੁਰ ਭਗਵਾਨ। ਗੁਰੂ ਮਹਾਰਾਜ ਜੀ ਆਪ ਹੀ ਦੱਸੀ ਜਾਂਦੇ ਨੇ ਸੰਗਤ ਨੂੰ, ਕਿਉਂਕਿ ਇੱਕੋ ਹੀ ਜੋਤ ਹੈ ਨਾ, ਜੋਤ ਹੋਆ ਜੁਗਤ ਸਾਏ, ਸਹਿਕਾਇਆ ਫਿਰ ਪਲਟੀਆ। ਗੁਰੂ ਮਹਾਰਾਜ ਜੀ ਆਪ ਹੀ ਦੱਸਦੇ ਹਨ। ਜਿਸ ਤਰ ਵਰ ਕੇ ਤਰ ਪ੍ਰਭ ਪਰੇ। ਕਹਿੰਦੇ ਉਸ ਦਰਖਤ ਦੇ ਹੇਠਾਂ ਆਏ, ਉਸ ਦਰਖਤ ਦੇ ਹੇਠਾਂ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਬਚਪਨ ਦੇ ਵਿੱਚ ਸੁੱਤੇ ਸਨ, ਉਸ ਦਰਖਤ ਦੇ ਹੇਠਾਂ ਆਏ ਨੇ। ਆਏ ਸ਼ੇਸ਼ ਮੁਖ ਛਾਇਆ ਕਰੇ। ਕਹਿੰਦੇ ਜਦੋਂ ਦੁਪਹਿਰ ਦਾ ਵੇਲਾ, ਦਰਖਤ ਦੀ ਛਾਂ ਹਿੱਲ ਗਈ, ਕਹਿੰਦੇ ਫੇਰ ਇੱਕ ਖੁੱਡ ਦੇ ਵਿੱਚੋਂ ਸ਼ੇਸ਼ਨਾਗ ਨਿਕਲਿਆ। ਉਹਨੇ ਵੇਖਿਆ ਕਿ ਮਹਾਰਾਜ ਜੀ ਦੇ ਮੁਖ ਮੰਡਲ ਦੇ ਉੱਤੇ ਨਾ ਪਸੀਨੇ ਦੀਆਂ ਕੁਝ ਬੂੰਦਾਂ ਮੋਤੀ ਦੇ ਵਾਂਗੂ ਚਮਕ ਰਹੀਆਂ ਨੇ। ਤੇ ਸ਼ੇਸ਼ਨਾਗ ਕਹਿੰਦਾ ਵੀ ਮੈਂ ਕਿਉਂ ਨਾ ਸੇਵਾ ਕਰ ਲਵਾਂ। ਉਸੇ ਵੇਲੇ ਮਹਾਰਾਜ ਜੀ ਦੇ ਸੀਸ ਵੱਲ ਆਇਆ ਤੇ ਫਨ ਫੈਲਾ ਕੇ ਖੜਾ ਹੋ ਗਿਆ। ਕਿੰਨਾ ਚਿਰ ਤੱਕ ਇਸੇ ਪ੍ਰਕਾਰ ਉਹ ਸ਼ੇਸ਼ਨਾਗ ਇਸੇ ਪ੍ਰਕਾਰ ਫਨ ਫੈਲਾ ਕੇ ਬੈਠਾ ਰਿਹਾ। ਤੇ ਇੱਥੇ ਹੀ ਵੇਖ ਕੇ ਰਾਏ ਬੁਲਾਰ ਨੇ ਦਰਸ਼ਨ ਕੀਤੇ ਸਨ। ਕਥਾ ਸੁਨਾਵਤ ਦਰਸ ਕਰਾਵਾ। ਗੁਰੂ ਮਹਾਰਾਜ ਜੀ ਕਥਾ ਸੁਣਾਉਂਦੇ ਤੇ ਕਥਾ ਦੇ ਵਿੱਚੋਂ ਹੀ ਦਰਸ਼ਨ ਹੁੰਦੇ ਨੇ। ਇਹਨੂੰ ਸਰਵਣ ਦਰਸ਼ਨ ਕਹਿੰਦੇ ਖਾਲਸਾ ਜੀ, ਕਿ ਕੰਨਾਂ ਦੇ ਨਾਲ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ। ਕਹਿੰਦੇ ਮਹਾਰਾਜ ਕਥਾ ਸੁਣਾਉਂਦੇ, ਸਾਰੀਆਂ ਸੰਗਤਾਂ ਉਸ ਅਸਥਾਨ ਦੇ ਦਰਸ਼ਨ ਕਰਦੀਆਂ। ਸਭ ਹਿਨ ਤਿਸ ਥਲ ਸੀਸ ਨਿਵਾਵਾ। ਸਾਰਿਆਂ ਨੇ ਉਸ ਥਾਂ ਦੇ ਉੱਤੇ ਸੀਸ ਝੁਕਾਇਆ। ਰਾਏ ਬੁਲਾਰ ਨੇ ਵੀ ਉੱਥੇ ਸੀਸ ਝੁਕਾਇਆ ਸੀ। ਤੇ ਉਸ ਤੋਂ ਬਾਅਦ ਰਾਏ ਬੁਲਾਰ ਮੰਨਣ ਲੱਗ ਪਿਆ
ਕਿ ਪਟਵਾਰੀ ਸਾਹਿਬ ਦਾ ਜਿਹੜਾ ਲੜਕਾ ਹੈ ਨਾ ਇਹ ਕੋਈ ਆਮ ਬਾਲਕ ਨਹੀਂ। ਤੇ ਕਦੇ ਰਾਏ ਬੁਲਾਰ ਨੇ ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਨਹੀਂ ਕਦੇ ਲਿਆ ਆਪਣੀ ਰਸਨਾ ਤੋਂ। ਉਹ ਮਹਾਰਾਜ ਜੀ ਨੂੰ ਕਹਿੰਦਾ ਹੁੰਦਾ ਸੀ ਕਵਲ ਨੈਣ। ਰਾਏ ਬੁਲਾਰ ਜੀ ਨਾ ਗੁਰੂ ਮਹਾਰਾਜ ਨੂੰ ਕਵਲ ਨੈਣ ਕਹਿ ਕੇ ਯਾਦ ਕਰਦੇ, ਕਵਲ ਨੈਣ ਕਹਿ ਕੇ ਸੱਦਿਆ ਕਰਦੇ। ਬਿਰਸ਼ ਬਿਲੋਕਿਓ ਬਹਰੋ ਜਾਏ। ਸਾਧ ਸੰਗਤ ਜੀ ਥੋੜਾ ਜਿਹਾ ਅੱਗੇ ਗਏ, ਇੱਕ ਹੋਰ ਦਰਖਤ ਜਾ ਕੇ ਵੇਖਿਆ, ਦਰਸ਼ਨ ਕੀਤੇ ਹਨ। ਟਿਕੀ ਰਹੀ ਜਹ ਤਰ ਪਰ ਛਾਏ। ਤੇ ਗੁਰੂ ਮਹਾਰਾਜ ਜੀ ਬਰਾਜੇ ਸਨ ਤੇ ਉਸ ਦਰਖਤ ਦੀ ਛਾਂ ਉਹ ਸੂਰਜ ਘੁੰਮਣ ਤੋਂ ਬਾਅਦ ਵੀ ਟਿਕੀ ਰਹੀ। ਨਹੀਂ ਜਿਵੇਂ ਜਿਵੇਂ ਸੂਰਜ ਘੁੰਮਦਾ ਤੇ ਦਰਖਤ ਦੀ ਛਾਂ ਢਲਦੀ ਜਾਂਦੀ, ਪਰ ਕਹਿੰਦੇ ਜਿੰਨੀ ਦੇਰ ਮਹਾਰਾਜ ਜੀ ਬੈਠੇ ਰਹੇ ਉਹ ਦਰਖਤ ਨੇ ਆਪਣੀ ਛਾਇਆ ਨਹੀਂ ਛੱਡੀ। ਪੁਨ ਕੀਦਾਰ ਸੋ ਜਾਏ ਨੇ ਹਰਿਓ। ਉਸ ਤੋਂ ਬਾਅਦ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ ਨੂੰ ਆਏ ਹਨ। ਮਹਿਖਨ ਚਰਿਓ ਕਰਿਓ ਦਰੁਤ ਹਰਿਓ। ਕਿੱਥੇ ਆਏ ਨੇ? ਖੇਤਾਂ ਦੇ ਵੱਲ। ਉਹ ਖੇਤ ਜਿਨ੍ਹਾਂ ਖੇਤਾਂ ਦੇ ਵਿੱਚ ਮਹਾਰਾਜ ਨੇ ਆਪਣੀਆਂ ਮੱਝੀਆਂ ਗਾਈਆਂ ਛੱਡ ਦਿੱਤੀਆਂ ਤੇ ਉਹ ਮੱਝੀਆਂ ਗਾਵਾਂ ਸਾਰਾ ਖੇਤ ਚਰ ਗਈਆਂ। ਸ਼ਿਕਾਇਤ ਕੀਤੀ ਜਾ ਕੇ, ਪਟਵਾਰੀ ਸਾਹਿਬ ਆ ਵੇਖੋ ਜੀ ਤੁਹਾਡੇ ਲੜਕੇ ਨੇ ਸਾਡੇ ਖੇਤ ਉਜਾੜ ਦਿੱਤੇ। ਤੇ ਜਦੋਂ ਜਾ ਕੇ ਵੇਖਿਆ ਖੇਤੀ ਉਸੇ ਭਰਾ ਲੈ ਲਹਾ ਰਹੀ ਹੈ, ਉਸੇ ਪ੍ਰਕਾਰ ਖੇਤ ਹਰੇ ਭਰੇ ਖੜੇ ਨੇ। ਕਹਿੰਦੇ ਉਹ ਖੇਤ ਵੀ ਆਣ ਕੇ ਵੇਖੇ ਨੇ। ਇਤਿਆਦਿਕ ਫਿਰ ਸਰਬ ਸਥਾਨ। ਇਸ ਪ੍ਰਕਾਰ ਜਾ ਕੇ ਵੇਖਿਆ। ਸਾਧ ਸੰਗਤ ਜੀ ਮਨ ਵਿੱਚ ਇਹ ਵੀ ਆਉਂਦਾ ਹੈ ਕਿ ਕਿਉਂ ਸਾਰੀ ਦੁਨੀਆ ਦੀ ਨਜ਼ਰ ਪੰਜਾਬ ਦੇ ਉੱਤੇ ਆ, ਕਿਉਂ ਪੰਜਾਬ ਨੂੰ ਜ਼ਰਖੇਜ਼ ਧਰਤੀ ਕਿਹਾ ਜਾਂਦਾ ਹੈ, ਕਿਉਂ ਪੰਜਾਬ ਦੀ ਧਰਤੀ ਉਪਜਾਊ ਹੈ? ਕਿਉਂਕਿ ਪੰਜਾਬ ਦੀ ਧਰਤੀ ਦੇ ਖੇਤਾਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਪਸੀਨਾ ਡੁੱਲਿਆ ਹੋਇਆ ਹੈ। ਇਸ ਕਰਕੇ ਇਸ ਧਰਤੀ ਦੇ ਵਿੱਚੋਂ ਬਰਕਤ ਕਦੇ ਨਹੀਂ ਜਾ ਸਕਦੀ। ਗੁਰੂ ਮਹਾਰਾਜ ਜੀ ਨੇ ਉਹਨਾਂ ਖੇਤਾਂ ਦੇ ਵੀ ਦਰਸ਼ਨ ਕੀਤੇ ਹਨ। ਯਾਤਰਾ ਕਰੀ ਭਾਉ ਕੋ ਠਾਨ। ਜਿਵੇਂ ਨਨਕਾਣਾ ਸਾਹਿਬ ਦੇ ਆਲੇ ਦੁਆਲੇ ਜਿਤਨੇ ਵੀ ਅਸਥਾਨ ਨੇ ਉਹਨਾਂ ਦੀ ਯਾਤਰਾ ਸਤਿਗੁਰਾਂ ਨੇ ਕੀਤੀ ਹੈ। ਆਨ ਬਿਰਾਜੇ ਸਤਿਗੁਰ ਡੇਰੇ। ਆਣ ਕੇ ਮਹਾਰਾਜ ਵਾਪਸ ਆਪਣੇ ਸ਼ਿਵਰ ਦੇ ਵਿੱਚ ਬਿਰਾਜੇ ਹਨ। ਪਸਰੀ ਖਬਰ ਦੇਸ਼ ਚਹੁ ਫੇਰੇ। ਸਾਰੇ ਪਾਸੇ ਇਹ ਖਬਰਾਂ ਪਸਰ ਗਈਆਂ ਹਨ। ਬ੍ਰਤ ਇਕਾਦਸ਼ੀ ਦਿਵਸ ਨਿਮਾਨੀ। ਸਾਧ ਸੰਗਤ ਜੀ ਨਿਮਾਣੀ ਇਕਾਦਸ਼ੀ ਦਾ ਵਰਤ ਹੈ ਜਦੋਂ ਤਲਵੰਡੀ ਦੇ ਵਿੱਚ ਮੇਲਾ ਲੱਗਿਆ ਹੋਇਆ ਹੈ। ਆਇਓ ਮੇਲਾ ਭਰਿਓ ਮਹਾਨੀ। ਬੜਾ ਭਾਰੀ ਮੇਲਾ ਉੱਥੇ ਲੱਗਿਆ ਹੋਇਆ ਹੈ। ਬੇਦੀ ਲਾਲੂ ਚਾਚਾ ਗੁਰ ਕੋ। ਗੁਰੂ ਮਹਾਰਾਜ ਜੀ ਦੇ ਚਾਚਾ ਜੀ ਚਾਚਾ ਲਾਲੂ ਜੀ ਬੇਦੀਆਂ ਦੇ ਕੁਲ ਵਿੱਚ ਇਹ ਉਹੀ ਚਾਚਾ ਲਾਲੂ ਜੀ ਨੇ ਜਿਨ੍ਹਾਂ ਦੇ ਘਰ ਦੇ ਵਿੱਚੋਂ ਜਨਮ ਪੱਤਰੀ ਪ੍ਰਾਪਤ ਹੋਈ ਸੀ। ਭਾਈ ਬਾਲਾ ਜੀ ਲੈ ਕੇ ਆਏ ਨਾ, ਇਹ ਉਹੀ ਚਾਚਾ ਲਾਲੂ ਜੀ ਨੇ। ਤੇ ਕਹਿੰਦੇ ਉਹਨਾਂ ਦੇ ਅੱਗੇ ਜਿਹੜੇ ਪੁੱਤ ਪੋਤਰੇ ਹਨ ਤਿਸ ਕੋ ਪਰ ਪੋਤਰਾ ਹਿਤ ਕਰ ਕੋ। ਤੇ ਹੁਣ ਚਾਚਾ ਲਾਲੂ ਜੀ ਦੇ ਘਰ ਦੇ ਵਿੱਚ ਉਹਨਾਂ ਦੇ ਪੋਤਰੇ ਰਹਿ ਰਹੇ ਹਨ। ਸੁਧ ਸੁਨ ਕੇ ਮਨ ਮੋਦ ਉਪਾਇਓ। ਪਤਾ ਲੱਗਾ ਚਾਚਾ ਲਾਲੂ ਜੀ ਦੇ ਪੋਤਰਿਆਂ ਨੂੰ ਵੀ ਗੁਰੂ ਮਹਾਰਾਜ ਜੀ ਆਏ ਨੇ, ਸਤਿਗੁਰੂ ਜੀ ਇੱਧਰ ਆਏ ਹੋਏ ਨੇ ਨਨਕਾਣਾ ਸਾਹਿਬ। ਸੁਤ ਬੁਲਾਰ ਕੁਲ ਤਾਹੇ ਸੁਨਾਇਓ। ਫਿਰ ਰਾਏ ਬੁਲਾਰ ਜਿਹਦੀ ਉਹ ਤਲਵੰਡੀ ਸੀ, ਰਾਏ ਬੁਲਾਰ ਦੀ ਅੱਗੇ ਅੰਸ ਬੰਸ ਉਹਨਾਂ ਦੇ ਪੁੱਤਰਾਂ ਨੂੰ ਵੀ ਪਤਾ ਲੱਗਿਆ। ਮਿਲ ਕਰ ਸ਼ੁਭ ਮਾਨਵ ਸਮੁਦਾਏ। ਜਿਹੜੇ ਜਿਹੜੇ ਲੋਕਾਂ ਨੂੰ ਪਤਾ ਲੱਗਦਾ ਸਾਰੇ ਦਰਸ਼ਨ ਕਰਨ ਲਈ ਆਉਂਦੇ ਨੇ। ਆਛੀ ਵਸਤੂ ਸੰਗ ਲਵਾਏ। ਬੜੀ ਸੋਹਣੀਆਂ ਵਸਤੂਆਂ ਭਟਾਵਾਂ ਲੈ ਕੇ ਆਉਂਦੇ ਨੇ। ਹਿਰਦੇ ਭਾਉ ਧਰ ਸਭ ਕਰ ਜੋਰ। ਸਾਰਿਆਂ ਨੇ ਬੜੀ ਭਾਵਨਾ ਦੇ ਨਾਲ ਮਹਾਰਾਜ ਨੂੰ ਬੇਨਤੀ ਕੀਤੀ। ਮਿਲੇ ਗੁਰੂ ਕੋ ਅਰਪ ਅਕੋਰ। ਸਤਿਗੁਰਾਂ ਨੂੰ ਸੀਸ ਝੁਕਾਇਆ, ਨਮਸਕਾਰ ਕੀਤੀ, ਭਟਾਵਾਂ ਅਰਪਣ ਕੀਤੀਆਂ ਨੇ। ਫਰਸ਼ ਵਿਸਾਲ ਦੀਵਾਨ ਬਡੇਰਾ। ਸਤਿਗੁਰਾਂ ਦਾ ਦੀਵਾਨ ਲੱਗਿਆ ਹੋਇਆ, ਵਧੀਆ ਗਿਲਮ ਗਲੀਚੇ ਵੱਡੇ ਬੜੇ ਦੂਰ ਤੱਕ ਉਹ ਵਿਛੇ ਹੋਏ ਹਨ। ਰਾਜ ਸਮਾਜ ਦੀਪੋ ਗੁਰ ਕੇਰਾ। ਬੜਾ ਰਾਜ ਸਮਾਜ ਮਹਾਰਾਜ ਜੀ ਦੇ ਨਾਲ ਸੋਹਣੇ ਗਿਲਮ ਗਲੀਚੇ ਲੱਗੇ ਨੇ। ਯੋਧੇ ਸੂਰਬੀਰ ਸਤਿਗੁਰਾਂ ਦੇ ਨਾਲ ਉਹ ਤਿਆਰ ਬਰ ਤਿਆਰ ਖੜੇ ਨੇ, ਕਿਧਰੇ ਘੋੜੇ ਖੜੇ ਹਨ। ਭਿਖ ਸਭ ਹਿਲ ਕੋ ਕਰ ਸਨਮਾਨਾ। ਗੁਰੂ ਮਹਾਰਾਜ ਜੀ ਨੇ ਵੇਖਿਆ ਤੇ ਸੰਗਤ ਦਾ ਸਨਮਾਨ ਕੀਤਾ ਹੈ। ਕੁਸ਼ਲ ਅਨਾਮੈ ਭੂਜਨ ਠਾਨਾ। ਚਾਚਾ ਲਾਲੂ ਜੀ ਦੇ ਪੋਤਰਿਆਂ ਨੂੰ ਤੇ ਰਾਏ ਬੁਲਾਰ ਦੀ ਅੰਸ ਬੰਸ ਨੂੰ ਉਹਨਾਂ ਦੀ ਕੁਸ਼ਲ ਪ੍ਰਸ਼ੰਸਾ ਪੁੱਛਦੇ, ਰਾਜੀ ਹੋ, ਤੰਦਰੁਸਤ ਹੋ ਖੇੜੇ ਦੇ ਵਿੱਚੋਂ?
ਮਹਾਰਾਜ ਏਦਾਂ ਕੁਸ਼ਲ ਪ੍ਰਸੰਤਾ ਪੁੱਛਦੇ ਨੇ ਤਿਨ ਵੱਡਿਆਂ ਕੀ ਜਥਾ ਤੇ ਕਹਾਣੀ ਕਹਿੰਦੇ ਫਿਰ ਉਹਨਾਂ ਤੋਂ ਵੱਡੇ ਵਡੇਰਿਆਂ ਦੀ ਕਹਾਣੀ ਪੁੱਛਦੇ ਨੇ ਗੁਰ ਪੂਛੀ ਤਿਨ ਅਖਿਲ ਬਖਾਨੀ ਤੇ ਮਹਾਰਾਜ ਨੇ ਪੁੱਛੀਆਂ ਬਾਤਾਂ ਤੇ ਉਹਨਾਂ ਨੇ ਉਸੇ ਪ੍ਰਕਾਰ ਸੁਣਾਈਆਂ ਹਨ ਸਿਰੇ ਪਾਓ ਬਹੁ ਮੋਲੇ ਹਾਂ, ਜੇਈ ਬੜਾ ਮਹਿੰਗੇ ਸਿਰੋਂ ਪਾਓ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ ਬਖਸ਼ੇ ਦੋਨੋਂ ਕੋ ਪਿਖ ਤੇਈ ਦੋਨਾਂ ਨੂੰ ਹੀ ਸਿਰੋਂ ਪਾਵੇ ਬਖਸ਼ਿਸ਼ ਕੀਤਾ ਚਾਚਾ ਲਾਲੂ ਦੇ ਪੋਤਰਿਆਂ ਨੂੰ ਵੀ ਤੇ ਫਿਰ ਰਾਏ ਬੁਲਾਰ ਦੀ ਹੰਸ ਬੰਸ ਉਹਨਾਂ ਨੂੰ ਵੀ ਸਿਰੋਂ ਪਾਓ ਬਖਸ਼ੇ ਹਨ ਆਤ ਆਨੰਦ ਪਾਇਓ ਮਿਲ ਗੁਰ ਕੋ ਗੁਰੂ ਜੀ ਨੂੰ ਮਿਲ ਕੇ ਬੜਾ ਆਨੰਦ ਪ੍ਰਾਪਤ ਹੋਇਆ ਹੈ ਪਰਖਤ ਭੇ ਉਦਾਰ ਵੱਡ ਉਰ ਕੋ ਆਪਣੇ ਮਨ ਦੇ ਵਿੱਚ ਬੜੇ ਉਦਾਰ ਚਿੱਤ ਹੋਏ ਨੇ ਪੁਨ ਮੇਲਾ ਆਇਓ ਥਲ ਪਰਸਨ ਸਾਰਾ ਮੇਲਾ ਇਕਾਦਸ਼ੀ ਦਾ ਲੱਗਿਆ ਨਿਮਾਣੀ ਇਕਾਦਸ਼ੀ ਦਾ ਤੇ ਉਸ ਮੇਲੇ ਦੇ ਵਿੱਚ ਬੜੀਆਂ ਸੰਗਤਾਂ ਆਈਆਂ ਨੇ ਤਿਨ ਸਭ ਹਿਨ ਲੀਨਸ ਗੁਰ ਦਰਸ਼ਨ ਸਾਰਿਆਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ ਜਥਾ ਸ਼ਕਤ ਭੇਟਨ ਅਰ ਪਾਵੈ ਜਥਾ ਸ਼ਕਤ ਸਤਿਗੁਰੂ ਮਹਾਰਾਜ ਨੂੰ ਭੇਟਾ ਕਰਦੇ ਹਨ ਹਿਰਦੇ ਕਾਮਨਾ ਕਰਹਿ ਸੋ ਪਾਵੈ ਭੇਟਾਵਾਂ ਅਰਪਣ ਕਰਦੇ ਤੇ ਆਪਣੀਆਂ ਕਾਮਨਾ ਪੂਰੀ ਕਰਦੇ ਨੇ ਹੱਥ ਜੋੜ ਕਰ ਸੀਸ ਨਿਵਾਵੈ ਹੱਥ ਜੋੜ ਕੇ ਸੀਸ ਝੁਕਾਉਂਦੇ ਸਤਿਗੁਰਾਂ ਨੂੰ ਸੁੰਦਰ ਗੁਰ ਸਰੂਪ ਦਰਸਾਵੈ ਜਿਵੇਂ ਸਤਿਗੁਰੂ ਮਹਾਰਾਜ ਦਾ ਸੋਹਣਾ ਸਰੂਪ ਵੇਖਦੇ ਨੇ ਕਰਹਿ ਸਰਾਹਨ ਆਪਸ ਮਾਹੀ ਆਪਸ ਦੇ ਵਿੱਚ ਸਤਿਗੁਰਾਂ ਦੀ ਸਰਾਹਨਾ ਕਰਦੇ ਸ਼ਲਾਘਾ ਕਰਦੇ ਨੇ ਸੁਜਸ ਕਰਤ ਨਿਤ ਨਿਜ ਘਰ ਜਾਹੀ ਐਵੇਂ ਸਤਿਗੁਰਾਂ ਦਾ ਸੁਜਸ ਕਰਦੇ ਨਾ ਆਪੋ ਆਪਣੇ ਘਰਾਂ ਨੂੰ ਆਏ ਨੇ ਗ੍ਰਾਮ ਸਮੂਹਨ ਕੇ ਨਰ ਆਏ ਸਾਰੇ ਪਿੰਡਾਂ ਨਗਰਾਂ ਦੇ ਮਾਨਵ ਚੱਲ ਕੇ ਆਏ ਨੇ ਕਰ ਮੇਲਾ ਸਤਿਗੁਰ ਦਰਸਾਏ ਨਾਲੇ ਮੇਲਾ ਵੇਖਿਆ ਨਾਲੇ ਸਤਿਗੁਰਾਂ ਦੇ ਦਰਸ਼ਨ ਸਾਰਿਆਂ ਨੇ ਕੀਤੇ ਹਨ ਇਸ ਪ੍ਰਕਾਰ ਸ੍ਰੀ ਹਰਗੋਬਿੰਦ ਇਸ ਪ੍ਰਕਾਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇਖ ਦੇਖ ਗਮਨੇ ਨਰ ਬ੍ਰਿੰਦ ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਖੁਸ਼ ਹੋ ਕੇ ਜਾਂਦੀਆਂ ਨੇ ਏਤਿਕ ਦਿਨ ਤਹ ਬਾਸਾ ਕਈ ਕਰਕੇ ਦਿਨਾਂ ਤੱਕ ਮਹਾਰਾਜ ਜੀ ਨੇ ਨਨਕਾਣਾ ਸਾਹਿਬ ਹੀ ਵਾਸਾ ਕੀਤਾ ਕਰਿਓ ਕੂਚ ਹੈ ਸੁੰਦਰ ਇਸ ਤੋਂ ਚਰਕੈ ਬਾਅਦ ਮਹਾਰਾਜ ਜੀ ਘੋੜੇ ਤੇ ਅਸਵਾਰ ਹੋਏ ਅੱਗੇ ਨੂੰ ਪ੍ਰਸਥਾਨ ਕੀਤਾ ਸਨੈ ਸਨੈ ਮੱਦਰੀ ਚੱਲ ਆਏ ਹੌਲੀ ਹੌਲੀ ਗੁਰੂ ਮਹਾਰਾਜ ਜੀ ਅੱਗੇ ਨੂੰ ਆਏ ਹਨ ਮੱਦਰੀ ਦੇਸ਼ ਵਿੱਚ ਸ਼ੁਭ ਸਥਾਨ ਪਿਖ ਸਿਵਰ ਕਰਾਏ ਉੱਥੇ ਸਥਾਨ ਵੇਖ ਕੇ ਮਹਾਰਾਜ ਜੀ ਨੇ ਆਪਣੇ ਆਸਣ ਲਗਵਾਏ ਸ਼ੇਖੂਪੁਰ ਜ਼ਿਲ੍ਹੇ ਦੇ ਵਿੱਚ ਇਹ ਮੱਦਰੀ ਦੇਸ਼ ਪੈਂਦਾ ਹੈ। ਇੱਥੇ ਆਣ ਕੇ ਮਹਾਰਾਜ ਜੀ ਬਰਾਜੇ ਨੇ ਜਿਸ ਪ੍ਰਕਾਰ ਇਹ ਕਥਾ ਅੱਗੇ ਤੁਰਦੀ ਹੈ ਉਹ ਆਪਾਂ ਕੱਲ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ ਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਸ ਹੈ ਕਥਨ ਕਰਦੇ ਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 हे अच्युत हे पार ब्रह्म अविनाशी अगनाश हे पूरन हे सर्व में दुख पंजन गुण दास हे संगी हे निरंकार हे निर्गुण सब एक हे गोविंद हे गुण निधान कै सदा विवेक हे अपरंपर हर हरे हैपी होवन हार हे संत कै सदा संग धारा आधार हे ठाकुर हो दासरो मैं निर्गुण गुण नहीं कोए नानक दीजै नाम दान राखो ही है परोए आए
ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।